सुखमणि सुख अमृत प्रभ नाम, भगत जना के मन बिसराम। उस्तत कर अनेक जाने अंत न परवार, नानक रचना प्रभ रची बहुविध अनेक प्रकार। अष्टपदी कई कोट होए पुजारी, कई कोट होए पुजारी, कई कोट होए पुजारी, कई कोट होए पुजारी, कई
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਬੋਲੇ। ਇਹ ਵੀਡੀਓ ਦੇਖ ਰਹੇ ਸਾਰੇ ਹੀ ਮੇਰੇ ਵੀਰ ਤੇ ਮੇਰੀਆਂ ਭੈਣਾਂ, ਸਭ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਕਿ IIGS ਸੰਸਥਾ ਵੱਲੋਂ ਇੱਕ ਬੜਾ ਹੀ ਸ਼ਲਾਘਾਯੋਗ ਜਿਹੜਾ ਕਦਮ ਚੁੱਕਿਆ ਗਿਆ ਹੈ, ਜਿਸ ਅਧੀਨ ਕਾਫੀ ਥੋੜੀ ਪਿਛਲੇ ਲੰਬੇ ਸਮੇਂ ਤੋਂ ਸੁਖਮਨੀ ਸਾਹਿਬ ਬਾਣੀ ਦੀ ਵਿਆਖਿਆ ਚੱਲ ਰਹੀ ਹੈ। ਉਸ ਲੜੀਵਾਰ ਚੱਲਦੀ ਹੋਈ ਵਿਆਖਿਆ ਦੇ ਵਿੱਚ ਅੱਜ ਆਪਾਂ 10ਵੀਂ ਅਸ਼ਟਪਦੀ ਉਹਦੇ ਵਿਚਾਰ ਸਾਂਝੀ ਕਰਾਂਗੇ। ਜਿਵੇਂ ਕਿ ਆਪ ਸਭ ਜਿਹੜੇ ਵੀਰ ਭੈਣਾਂ ਇਹ ਵਿਆਖਿਆ ਸੁਣਦੇ ਆ ਰਹੇ ਨੇ ਲੰਬੇ ਸਮੇਂ ਤੋਂ, ਉਹਨਾਂ ਸਭਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਲੜੀ ਦੇ ਵਿੱਚ ਜਿੰਨੇ ਵੀ ਵੀਰਾਂ ਭੈਣਾਂ ਨੇ ਵਿਆਖਿਆ ਕੀਤੀ ਹੈ ਸੁਖਮਨੀ ਸਾਹਿਬ ਬਾਣੀ ਦੀ, ਉਹਨਾਂ ਨੇ ਬੜੇ ਹੀ ਸੁਖੈਨ ਢੰਗ ਦੇ ਨਾਲ, ਬੜੇ ਸਿੰਪਲ ਤਰੀਕੇ ਦੇ ਨਾਲ ਤੇ ਬਿਲਕੁਲ ਸਟੀਕ ਤਰੀਕੇ ਦੇ ਨਾਲ, ਕਿ ਜਿਹਦੇ ਨਾਲ ਸਾਨੂੰ ਸਭ ਨੂੰ ਸਮਝ ਆਵੇ ਕਿ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਇਸ ਬਾਣੀ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਬਹੁਤ ਇਸ ਤਰ੍ਹਾਂ ਦੇ ਪ੍ਰਾਣੀ ਨੇ, ਇਸ ਤਰ੍ਹਾਂ ਦੇ ਵੀਰ ਭੈਣ ਨੇ ਜਿਹੜੇ ਡੇਲੀ ਸੁਖਮਨੀ ਸਾਹਿਬ ਬਾਣੀ ਦਾ ਜਾਪ ਉਹਨਾਂ ਦੀ ਨਿਤ ਦੀ ਰੂਟੀਨ ਦਾ, ਨਿਤਨੇਮ ਦਾ ਹਿੱਸਾ ਹੈ। ਤੇ ਕਈ ਇਹੋ ਜਿਹੀਆਂ ਚੜ੍ਹਦੀ ਕਲਾ ਵਾਲੀਆਂ ਆਤਮਾਵਾਂ ਵੀ ਹੈਗੀਆਂ ਨੇ ਜਿਹੜੀਆਂ ਇਸ ਬਾਣੀ ਨੂੰ ਦਿਨ ਦੇ ਵਿੱਚ 2 ਵਾਰੀ 3 ਵਾਰੀ 4 ਵਾਰੀ ਇਸ ਗੁਰਬਾਣੀ ਦਾ ਜਾਪ ਕਰਦੀਆਂ ਨੇ। ਪਰ ਕਈ ਵਾਰੀ ਅਸੀਂ ਸਿਰਫ ਜਾਪ ਤੱਕ ਸੀਮਤ ਰਹਿ ਜਾਂਦੇ ਹਾਂ ਤੇ ਜਿਹੜੇ ਵਿਚਾਰ ਨੇ, ਸਾਨੂੰ ਵਿਚਾਰਨੇ ਚਾਹੀਦੇ ਨੇ ਤੇ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਕਿਵੇਂ ਸਫਲ ਬਣਾਉਣੀ ਆ, ਇਹਦੇ ਵਿੱਚ ਕਈ ਵਾਰੀ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਾਂ। ਇਸੇ ਚੀਜ਼ ਨੂੰ ਦੇਖਦੇ ਹੋਇਆਂ ਇਸ ਸੰਸਥਾ ਵੱਲੋਂ, IIGS ਵੱਲੋਂ ਇਹ ਸ਼ਲਾਘਾਯੋਗ ਕਦਮ ਜਿਹੜਾ ਇਹ ਪੁੱਟਿਆ ਗਿਆ, ਤੇ ਅਸੀਂ ਸਾਰੇ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਵੀਰ ਭੈਣ ਨੂੰ ਇਸ ਸਟੇਜ ਤੇ ਲਿਆ ਕੇ ਖੜਾ ਕੀਤਾ ਤੇ ਸਭ ਜਾਣਿਆਂ ਨੇ ਆਪਣੇ ਵਿਚਾਰ ਬੜੇ ਸਰਲ ਤਰੀਕੇ ਦੇ ਨਾਲ ਸਾਂਝੇ ਕੀਤੇ ਆ। ਅੱਜ ਆਪਾਂ 10ਵੀਂ ਅਸ਼ਟਪਦੀ, ਉਸ ਦਾ ਸ਼ਲੋਕ ਤੇ ਅਸ਼ਟਪਦੀ ਦੀਆਂ ਪਹਿਲੀਆਂ 4 ਪੌੜੀਆਂ, ਜਿਵੇਂ ਕਿ ਇਹ ਚੱਲਦੀ ਆ ਰਹੀ ਹੈ ਕਿ ਪਹਿਲੇ ਸ਼ਲੋਕ ਔਰ ਪਹਿਲੀਆਂ 4 ਪੌੜੀਆਂ ਤੇ ਦੂਸਰੇ ਐਪੀਸੋਡ ਦੇ ਵਿੱਚ ਜਿਹੜੀਆਂ ਦੂਸਰੀਆਂ 4 ਪੌੜੀਆਂ ਮਗਰ ਵਾਲੀਆਂ, ਉਹਨਾਂ ਦੀ ਜਿਹੜੀ ਵਿਆਖਿਆ ਹੈ ਉਹ ਸਾਂਝੀ ਕੀਤੀ ਜਾਂਦੀ ਹੈ। ਉਸ ਲੜੀ ਦੇ ਅਧੀਨ ਚੱਲਦਿਆਂ ਹੋਇਆਂ ਅੱਜ ਆਪਾਂ ਸ਼ਲੋਕ ਔਰ ਪਹਿਲੀਆਂ 4 ਪੌੜੀਆਂ ਦੀ ਵਿਆਖਿਆ, ਵਿਚਾਰ ਜਿਹੜੀ ਆ ਉਹ ਸਾਂਝੀ ਕਰਾਂਗੇ। ਸ਼ਲੋਕ। ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਦ ਅਨੇਕ ਪ੍ਰਕਾਰ। ਇਸ ਨੂੰ ਜਿਹੜਾ ਆਪਾਂ ਪੜ੍ਹਨਾ ਹੈ ਉਹ ਪੜ੍ਹਨਾ ਹੈ ਉਸਤਤ ਕਰੇ, ਬਿੰਦੀ ਲਾ ਕੇ ਇਹਨੂੰ ਆਪਾਂ ਇਹਦਾ ਉਚਾਰਨ ਜਿਹੜਾ ਹੈ ਉਹ ਕਰਨਾ। ਕਿਉਂਕਿ ਜਦੋਂ ਅਸੀਂ ਉਚਾਰਨ ਜਿਹੜਾ ਹੈ ਉਹਨੂੰ ਸਮਝ ਲੈਂਦੇ ਹਾਂ ਤਾਂ ਉਚਾਰਨ ਸਮਝਣ ਦੇ ਨਾਲ ਜਿਹੜੀ ਉਸ ਸ਼ਬਦ ਦੀ ਵਿਚਾਰ ਹੈ, ਜਿਹੜੇ ਉਹਦੇ ਵਿੱਚ ਜੋ ਸਾਨੂੰ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਹੈ, ਉਹ ਸਾਨੂੰ ਬੜੀ ਛੇਤੀ ਨਾਲ, ਬੜੇ ਸੌਖੇ ਤਰੀਕੇ ਨਾਲ ਸਮਝ ਆ ਜਾਂਦਾ ਹੈ।
इस करके ਇਹਦਾ ਜਿਹੜਾ ਉਚਾਰਨ ਆ ਉਹ ਕਰੇ ਨਹੀਂ ਪੜਨਾ, ਉਸਤਤ ਕਰੇ, ਉਸਤਤ ਕਰੇ ਅਨੇਕ ਜਨ। ਜਿਵੇਂ ਕਿ 9ਵੀਂ ਅਸ਼ਟਪਦੀ ਦੇ ਵਿਚਾਰ ਦੇ ਵਿੱਚ ਆਪਾਂ ਇਹ ਗੱਲ ਸਮਝੀ, ਕਿਉਂਕਿ ਜਦੋਂ ਆਪਾਂ ਕੋਈ ਅਗਲੀ ਵਿਚਾਰ ਸਾਂਝੀ ਕਰਨੀ ਆ ਤਾਂ ਉਸ ਨੂੰ ਲੜੀ ਜੋੜਨ ਵਾਸਤੇ ਪਹਿਲੇ ਜੋ ਆਪਾਂ ਪਿੱਛੇ ਸਮਝ ਕੇ ਆਏ ਆ ਉਹਨੂੰ ਨਾਲ ਲੜੀ ਜੋੜਨੀ ਬੜੀ ਜ਼ਰੂਰੀ ਹੋ ਜਾਂਦੀ ਹੈ, ਤਾਂ ਕਿ ਸਾਨੂੰ ਇਹ ਗੱਲ ਜਿਹੜੀ ਆ ਉਹ ਸੌਖਿਆਂ ਸਮਝ ਆ ਸਕੇ। 9ਵੀਂ ਅਸ਼ਟਪਦੀ ਦੇ ਵਿੱਚ ਅਸੀਂ ਇਹ ਗੱਲ ਸਮਝੀ ਸੀ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੈ ਤੈਸਾ ਤਿੰਨੋ। ਕਿ ਉਹ ਪਰਮਾਤਮਾ, ਉਹ ਅਕਾਲ ਪੁਰਖ ਪਤਾ ਨਹੀਂ ਕਿੰਨਾ ਕਿੰਨਾ ਰੂਪਾਂ ਦੇ ਵਿੱਚ ਤੇ ਕਿਸ ਕਿਸ ਘਰ ਦੇ ਵਿੱਚ ਬਿਰਾਜਮਾਨ ਹੈ। ਕਿਉਂਕਿ ਜਿੰਨੇ ਵੀ ਘਰ ਨੇ, ਜਿੰਨੇ ਵੀ ਜੀਵ ਜੰਤ ਨੇ, ਜਿੰਨੀ ਵੀ ਇਸ ਕੁਦਰਤ ਦੀ ਰਚਨਾ ਹੈ, ਹਰ ਇੱਕ ਦੇ ਵਿੱਚ ਉਹ ਪਰਮਾਤਮਾ, ਉਸ ਦੀ ਜਿਹੜੀ ਜੋਤ ਆ ਉਹ ਟਿਕੀ ਹੋਈ ਹੈ। ਕੋਈ ਵੀ ਰਚਨਾ ਐਸੀ ਨਹੀਂ ਹੈ ਜਿਸ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਜੋਤ ਆ ਉਹ ਨਾ ਟਿਕੀ ਹੋਵੇ। ਤੇ ਸਾਰੇ ਹੀ ਆਪਣੇ ਆਪਣੇ ਤਰੀਕਿਆਂ ਦੇ ਨਾਲ, ਆਪਣੇ ਆਪਣੇ ਉਹਨਾਂ ਦੇ ਤਰੀਕੇ ਨੇ, ਢੰਗ ਨੇ, ਉਸ ਨੂੰ ਗਾ ਰਹੇ ਨੇ, ਉਸ ਨੂੰ ਜਪ ਰਹੇ ਨੇ। ਉਸਤਤ ਕਰੇ ਅਨੇਕ ਜਨ, ਅੰਤ ਨਾ ਪਾਰਾਵਾਰ। ਪਰ ਕਿਸੇ ਦੀ ਵੀ ਸਿਫਤ ਦਾ, ਕਿਸੇ ਦੀ ਕੀਤੀ ਹੋਈ ਉਸਤਤ ਦਾ ਜੇ ਅਸੀਂ ਇਹ ਗੱਲ ਸਮਝ ਲਈਏ ਜਾਂ ਕੋਈ ਇਹ ਗੱਲ ਆਖ ਦੇਵੇ ਕਿ ਜਿੰਨੀ ਮੈਂ ਉਸਤਤ ਕਰ ਦਿੱਤੀ ਆ ਜਾਂ ਮੈਂ ਜਿਹੜੀ ਸਿਫਤ ਸਲਾਹ ਕਰ ਦਿੱਤੀ ਆ ਇਹੀ ਆਖਰ ਆ, ਇਹ ਨਹੀਂ ਹੋ ਸਕਦਾ। ਕਿਉਂਕਿ ਕਿਸੇ ਵੀ ਉਸਤਤ ਦਾ, ਕਿਸੇ ਵੀ ਸਿਫਤ ਸਲਾਹ ਦਾ ਕੋਈ ਐਂਡ ਨਹੀਂ ਆ, ਕੋਈ ਆਖਰ ਨਹੀਂ ਆ ਵੀ ਜਿੱਥੇ ਜਾ ਕੇ ਅਸੀਂ ਇਹ ਗੱਲ ਆਖੀਏ ਵੀ ਅਸੀਂ ਉਸਦਾ ਅੰਤ ਆ ਜਿਹੜਾ ਉਹ ਪਾ ਲਿਆ ਹੈ। ਕਿਉਂਕਿ ਤੁਮਰਾ ਲਖਾ ਨਾ ਜਾਏ ਪਸਾਰਾ, ਜਦ ਜੈਸੀ ਮੱਤ ਦੇ ਤੈਸਾ ਪ੍ਰਗਾਸ। ਜਿਸ ਤਰ੍ਹਾਂ ਦਾ ਵੀ ਉਹ ਹਰ ਜੀਵ ਦੇ ਵਿੱਚ ਉਹ ਆਪ ਬੈਠਾ ਹੈ, ਜਿਸ ਤਰ੍ਹਾਂ ਦੀ ਕਿਸੇ ਨੂੰ ਸੋਝੀ ਬਖਸ਼ੀ ਆ, ਜਿਸ ਤਰ੍ਹਾਂ ਦੀ ਕਿਸੇ ਨੂੰ ਸੋਝੀ ਆ, ਆਪਣੀ ਸੋਝੀ ਦੇ ਮੁਤਾਬਕ, ਆਪਣੀ ਮੱਤ ਦੇ ਮੁਤਾਬਕ ਉਹ ਉਸੇ ਹਿਸਾਬ ਨਾਲ ਉਸ ਨੂੰ ਗਾ ਰਿਹਾ ਹੈ, ਉਸ ਨੂੰ ਜਪ ਰਿਹਾ ਹੈ। ਕਿਉਂਕਿ ਸਾਰੀ ਰਚਨਾ ਉਸ ਦੀ ਰਚੀ ਹੋਈ ਹੈ। ਇਹ ਸ੍ਰਿਸ਼ਟੀ ਜਿਹੜੀ ਆ ਕਈ ਕਿਸਮਾਂ ਦੀ ਤੇ ਕਈ ਤਰੀਕਿਆਂ ਦੀ ਉਸਨੇ ਪਰਮਾਤਮਾ ਨੇ ਜਿਹੜੀ ਆ ਉਹ ਸਾਜੀ ਆ। ਈਵਨ ਇੱਥੋਂ ਤੱਕ ਕਿ ਜੇ ਅਸੀਂ ਕਦੀ ਇਹ ਗੱਲ ਆਖ ਦਈਏ ਨਾ ਕਿ ਆਵਾਜ਼ ਵੀ ਇੱਕ ਜਾਣੇ ਦੀ ਦੂਸਰੇ ਦੇ ਨਾਲ ਮਿਲਦੀ ਆ, ਤੇ ਆਵਾਜ਼ ਜਿਹੜੀ ਆ ਉਹ ਵੀ ਕਿਸੇ ਇੱਕ ਦੀ ਦੂਸਰੇ ਦੇ ਨਾਲ ਮਿਲਦੀ ਨਹੀਂ। ਹਜ਼ਾਰਾਂ ਬੰਦੇ ਖੜੇ ਹੋਣ ਤੇ ਜੇ ਆਪਾਂ ਕਿਸੇ ਬੱਚੇ ਨੂੰ ਵੀ ਆਖ ਦਈਏ ਨਾ, ਬੇਟੇ ਤੂੰ ਇਹਨਾਂ ਸਾਰੀਆਂ ਆਵਾਜ਼ਾਂ ਦੇ ਵਿੱਚੋਂ ਆਪਣੇ ਪਿਤਾ ਦੀ, ਆਪਣੇ ਫਾਦਰ ਦੀ ਆਵਾਜ਼ ਪਹਿਚਾਨਣੀ ਹੈ, ਤੇ ਉਹਨਾਂ ਇੰਨੀਆਂ ਆਵਾਜ਼ਾਂ ਦੇ ਵਿੱਚੋਂ ਉਹ ਬੱਚਾ ਆਪਣੇ ਪਿਤਾ ਦੀ ਆਵਾਜ਼ ਪਹਿਚਾਨ ਲੈਂਦਾ ਹੈ। ਇਸ ਤੋਂ ਸਾਨੂੰ ਇਹ ਗੱਲ ਸਮਝ ਲੱਗਦੀ ਹੈ ਕਿ ਉਹਦੀ ਰਚੀ ਹੋਈ ਜਿਹੜੀ ਰਚਨਾ ਹੈ ਇੰਨੀ ਭਿੰਨ ਆ, ਇੰਨੀ ਤਰ੍ਹਾਂ ਦੀ ਆ, ਇੰਨੇ ਤਰੀਕਿਆਂ ਦੀ ਆ ਵੀ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕਿਸੇ ਵਰਗਾ ਵੀ ਕੋਈ ਦੂਸਰਾ ਨਹੀਂ। ਉਹਨੇ ਬਹੁਵਿਧ ਅਨੇਕ ਪ੍ਰਕਾਰ ਦੀ ਜਿਹੜੀ ਰਚਨਾ ਹੈ ਉਹ ਰਚੀ ਹੈ, ਤੇ ਉਸ ਦੀ ਰਚਨਾ ਦਾ ਜਿਹੜਾ ਹੈ ਨਾ ਉਹ ਕੋਈ ਅੰਤ ਨਹੀਂ ਪਾ ਸਕਦਾ। ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ 84 ਲੱਖ ਜੂਨਾਂ ਹੈ, 84 ਲੱਖ ਜੂਨਾਂ ਹੈ ਜੀ, ਪਰ ਇਹ ਸਾਡੀ ਆਪਣੀ ਸੀਮਾ ਹੈ। ਅਸੀਂ ਕਹਿ ਦਿੰਦੇ 84 ਲੱਖ ਜੂਨਾਂ। ਜੇ ਅਸੀਂ ਆਖੀਏ ਕਿ ਅਸੀਂ ਗਿਣਤੀ ਕਰ ਲਈਏ ਤਾਂ ਗੁਰਬਾਣੀ ਤੇ ਆਖਦੀ 42 ਲੱਖ ਜੀ ਜਲਮੇ ਉੱਤੇ, ਅਸੀਂ ਗਿਣਤੀ ਵੀ ਨਹੀਂ ਕਰ ਸਕਦੇ। ਪਰ ਦੋ ਚੀਜ਼ਾਂ ਜਿਹੜੀਆਂ ਆਪਾਂ ਇਸ ਅਸ਼ਟਪਦੀ ਦੇ ਵਿੱਚ ਸਮਝਦੀਆਂ ਨੇ, ਜਿਨ੍ਹਾਂ ਦੇ ਉੱਪਰ ਇਹ ਸਾਰੀ ਰਚਨਾ ਰਚੀ ਆ, ਪਰ ਜਿਹੜੀਆਂ ਉਹ ਦੋ ਚੀਜ਼ਾਂ ਬੇਸਿਕ ਕੰਮ ਕਰਦੀਆਂ ਨੇ, ਉਹ ਆ ਬੇਸਿਕ ਚੀਜ਼ਾਂ ਕਰਮ ਅਤੇ ਹੁਕਮ। ਕਿਉਂਕਿ ਦੋ ਹੀ ਚੀਜ਼ਾਂ ਮੂਲ ਰੂਪ 'ਚ ਬੇਸਿਕ ਹੁੰਦੀਆਂ ਨੇ। ਜਿਵੇਂ ਆਪਾਂ ਕਹਿ ਲਈਏ ਦੁੱਖ ਆ, ਸੁੱਖ ਆ, ਅਮੀਰ ਆ, ਗਰੀਬ ਆ, ਖੂਬਸੂਰਤ ਆ, ਬਦਸੂਰਤ ਆ। ਜਿੱਥੇ ਜ਼ਹਿਰ ਆ ਉੱਥੇ ਅੰਮ੍ਰਿਤ ਆ, ਜੇ ਬਦੀ ਆ ਤੇ ਨੇਕੀ ਆ, ਜੇ ਬੁਰਾ ਹੈ ਤੇ ਭਲਾ ਹੈ। ਬਾਕੀ ਜਿਹੜੀਆਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਇਹਨਾਂ ਦੇ ਵਿੱਚੋਂ ਤਾਂ ਨਿਕਲ ਸਕਦੀਆਂ ਨੇ, ਪਰ ਬੇਸਿਕ ਰੂਪ ਦੇ ਵਿੱਚ, ਕਿਉਂਕਿ ਸੰਸਾਰ ਬਿਰਖੋ ਦੋਏ ਫਲ ਲਾਏ, ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਦੋ ਹੀ ਨੇ, ਇੱਕ ਹੁਕਮ ਅਤੇ ਇੱਕ
ਕਰਮ। ਸੋ ਇਸ ਚੀਜ਼ ਨੂੰ ਆਪਾਂ ਇਹਦੇ ਵਿੱਚ ਸਮਝਣਾ ਹੈ। ਮਹਾਰਾਜ ਅੱਗੇ ਅਸ਼ਟਪਦੀ ਵਿੱਚ ਲਿਖਦੇ ਨੇ, ਕਈ ਕੋਟ ਹੋਏ ਪੁਜਾਰੀ। ਹੁਣ ਕੋਟ ਤੋਂ ਭਾਵ ਹੈ ਇੱਥੇ ਜਿੰਨਾ ਵੀ ਕੋਟ, ਜਿਹੜਾ ਵੀ ਸ਼ਬਦ ਕੋਟ ਆਇਆ ਹੈ ਪੂਰੀ ਅਸ਼ਟਪਦੀ ਦੇ ਵਿੱਚ, ਉਸ ਟੈਂਕੇ ਦੇ ਨਾਲ ਸਿਹਾਰੀ ਲੱਗੀ ਹੋਈ ਹੈ। ਇਸ ਤੋਂ ਭਾਵ ਕਿ ਇਹ ਕੋਟ ਦਾ ਮਤਲਬ ਹੈ ਕਰੋੜ, ਕਰੋੜਾਂ। ਗੁਰਬਾਣੀ ਦੇ ਵਿੱਚ ਉਸ ਤਰ੍ਹਾਂ ਵੀ ਕੋਟ ਆਇਆ ਹੈ, ਜਿਵੇਂ ਲੰਕਾ ਸਾ ਕੋਟ ਸਮੁੰਦ ਸੀ ਖਾਈ, ਉਸ ਕੋਟ ਦਾ ਅਰਥ ਜਿਹੜਾ ਹੈ ਉਹ ਕਿਲਾ ਹੈ। ਪਰ ਇੱਥੇ ਜਿਹੜਾ ਕੋਟ ਆ, ਕਿਉਂਕਿ ਟੈਂਕੇ ਨੂੰ ਸਿਹਾਰੀ ਲੱਗੀ ਹੈ, ਪੜ੍ਹਨਾ ਆਪਾਂ ਕੋਟ ਹੀ ਹੈ, ਪਰ ਇਹਦੇ ਜਿਹੜੇ ਅਰਥ ਨੇ ਉਹ ਹੈਗੇ ਨੇ ਕਰੋੜ। ਤੇ ਕੋਟ ਤੋਂ ਪਹਿਲੇ ਮਹਾਰਾਜ ਨੇ ਲਾਇਆ ਕਈ ਕੋਟ, ਸਿਰਫ ਕੋਟ ਨਹੀਂ ਲਿਖਿਆ, ਕਰੋੜ ਨਹੀਂ, ਕਈ ਕੋਟ ਭਾਵ ਕਿ ਕਈ ਕਰੋੜ, ਕਈ ਕਰੋੜਾਂ। ਕਈ ਕੋਟ ਹੋਏ ਪੁਜਾਰੀ, ਕਿ ਉਸ ਦੀ ਪੂਜਾ ਕਰਨ ਵਾਲੇ ਕਈ ਕਰੋੜ ਨੇ ਜਿਹੜੇ ਉਹਦੀ ਪੂਜਾ ਕਰ ਰਹੇ ਆ, ਤੇ ਇਹ ਸੋਚ ਕੇ ਉਹਦੀ ਪੂਜਾ ਪ੍ਰਤਿਸ਼ਠਾ ਕਰ ਰਹੇ ਆ ਕਿ ਇਹੋ ਹੀ ਜਿਹੜਾ ਰਸਤਾ ਹੈ, ਇਸ ਰਸਤੇ ਦੇ ਰਾਹੀਂ ਮੈਂ ਉਸ ਤੋਂ ਮਿਲ ਸਕਦਾ। ਇਹ ਮਹਾਰਾਜ ਨੇ ਇੱਕ ਲਿਸਟ ਦੱਸੀ ਆ ਆਪਾਂ ਨੂੰ। ਇਸ ਲਿਸਟ ਦੇ ਵਿੱਚ, ਪਹਿਲੀ ਪੌੜੀ ਵਾਲੀ ਲਿਸਟ ਦੇ ਵਿੱਚ, ਆਪਾਂ ਉਹਨਾਂ ਨੂੰ ਦੇਖਾਂਗੇ ਜਿਹੜੇ ਚੰਗੇ ਪਾਸੇ ਲੱਗੇ ਹੋਏ ਨੇ, ਜਿਹੜੇ ਆਪਣਾ ਸਮਾਂ ਚੰਗੇ ਪਾਸੇ ਗੁਜ਼ਾਰ ਰਹੇ ਨੇ। ਬੇਸ਼ੱਕ ਉਹ ਕਰਮਕਾਂਡੀ ਹੋ ਗਏ ਨੇ, ਪਰ ਜਿਹੜਾ ਆਪਣਾ ਸਮਾਂ ਹੈ ਨਾ, ਉਹਨੂੰ ਚੰਗੇ ਪਾਸੇ ਲਾ ਰਹੇ ਨੇ। ਤੇ ਇਹ ਆਖ ਰਹੇ ਨੇ ਵੀ ਕਈ ਕੋਟ ਹੋਏ ਪੁਜਾਰੀ, ਵੀ ਸ਼ਾਇਦ ਪੂਜਾ ਕਰਨ ਦੇ ਨਾਲ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਉਹਦੀ ਪੂਜਾ ਕਰਦੇ ਨੇ, ਤੇ ਇਹ ਗੱਲ ਸਮਝਦੇ ਨੇ ਵੀ ਪੂਜਾ ਕਰਨ ਦੇ ਨਾਲ ਹੀ ਉਸ ਅਕਾਲ ਪੁਰਖ ਦੀ ਜਿਹੜੀ ਆ ਉਹ ਪ੍ਰਾਪਤੀ ਹੋ ਸਕਦੀ ਹੈ। ਕਈ ਕੋਟ ਆਚਾਰ ਵਿਵਹਾਰ, ਤੇ ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਚਾਰ ਵਿਵਹਾਰ, ਜਾਨੀ ਆਪਣੇ ਕਰਮਾਂ ਤੇ, ਆਪਣੇ ਆਚਰਣ ਤੇ ਇਸ ਚੀਜ਼ ਤੇ ਬੜਾ ਜ਼ੋਰ ਦਿੰਦੇ ਨੇ ਵੀ ਜਿਹੜਾ ਆਚਰਣ ਆ ਇਹ ਸਹੀ ਹੋਣਾ ਚਾਹੀਦਾ। ਬੇਸ਼ੱਕ ਇਹਨਾਂ ਕਰਮਾਂ ਦੇ ਉੱਤੇ ਜ਼ੋਰ ਦਿੰਦਿਆਂ ਹੋਇਆਂ ਉਹ ਕਰਮਕਾਂਡੀ ਬਣ ਗਏ ਨੇ, ਪਰ ਫਿਰ ਵੀ ਉਹਨਾਂ ਦਾ ਜਿਹੜਾ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਇਹ ਸੋਚਦੇ ਨੇ ਵੀ ਆਚਾਰ ਵਿਵਹਾਰ ਕਰਕੇ ਅਸੀਂ ਉਸ ਦੀ ਪ੍ਰਾਪਤੀ ਕਰ ਸਕਦੇ ਹਾਂ। ਕਈ ਕੋਟ ਪਏ ਤੀਰਥ ਵਾਸੀ, ਤੇ ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਤੀਰਥਾਂ ਤੇ ਜਾ ਕੇ ਵਸ ਗਏ ਨੇ, ਜਿਨ੍ਹਾਂ ਨੇ ਇਹ ਗੱਲ ਸਮਝ ਲਈ ਹੈ ਕਿ ਸ਼ਾਇਦ ਤੀਰਥਾਂ ਦੇ ਉੱਤੇ ਗਿਆ, ਤੀਰਥਾਂ ਦੇ ਉੱਤੇ ਨਿਵਾਸ ਕੀਤਿਆਂ, ਤੇ ਉੱਥੇ ਰਿਹਾ ਹੀ ਉਸ ਅਕਾਲ ਪੁਰਖ ਦੀ, ਉਸ ਪਰਮਾਤਮਾ ਦੀ ਜਿਹੜੀ ਆ ਉਹ ਪ੍ਰਾਪਤੀ ਹੋ ਸਕਦੀ ਆ, ਤਾਂ ਹੀ ਅਸੀਂ ਉਸ ਪ੍ਰਭੂ ਨੂੰ ਪ੍ਰਵਾਨ ਹੋ ਸਕਦੇ ਹਾਂ। ਕਈ ਕੋਟ ਬਨ ਭ੍ਰਮੇ ਉਦਾਸੀ, ਤੇ ਕਈ ਕਰੋੜਾਂ, ਬਨ ਦਾ ਮਤਲਬ ਜੰਗਲ, ਭ੍ਰਮੇ ਦਾ ਮਤਲਬ ਭਟਕਣਾ। ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਚਲੇ ਗਏ ਨੇ, ਜੰਗਲਾਂ 'ਚ ਭਟਕਦੇ ਫਿਰਦੇ ਨੇ, ਤੇ ਜਿਨ੍ਹਾਂ ਨੇ ਉਦਾਸੀ ਮਤ ਧਾਰਨ ਕਰ ਲਿਆ ਏ। ਤੇ ਇਹ ਗੱਲ ਉਦਾਸੀ ਮਤ ਤੋਂ ਭਾਵ ਵੀ ਉਦਾਸੀਨ ਹੋ ਗਏ ਨੇ, ਉਦਾਸੀ ਹੋ ਗਏ ਨੇ ਕਿ ਸ਼ਾਇਦ ਸੰਸਾਰ ਨੂੰ ਛੱਡਿਆ, ਆਪਣੇ ਘਰ-ਬਾਰ ਨੂੰ ਛੱਡਿਆ ਹੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ। ਕਈ ਕੋਟ ਵੇਦ ਕੇ ਸਰੋਤੇ, ਸਰੋਤੇ ਤੋਂ ਭਾਵ ਸੁਣਨ ਵਾਲੇ, ਤੇ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਸਿਰਫ ਵੇਦਾਂ ਸ਼ਾਸਤਰਾਂ ਨੂੰ ਸੁਣਦੇ ਨੇ ਤੇ ਸਮਝਦੇ ਨੇ ਵੀ ਅਸੀਂ ਸੁਣ ਕੇ ਫਿਰ ਹੀ ਅਸੀਂ ਜਿਹੜੀ ਆ ਪ੍ਰਾਪਤੀ ਹੋ ਸਕਦੀ ਹੈ। ਹੁਣ ਇੱਥੇ ਆਪਾਂ ਜਿਹੜੀ ਲਿਸਟ ਮਹਾਰਾਜ ਨੇ ਦਿੱਤੀ ਆ ਨਾ, ਇਸ ਲਿਸਟ ਦੇ ਵਿੱਚ ਆਪਾਂ ਨਾਲ ਨਾਲ ਆਪਣੇ ਅੰਦਰ ਜ਼ਰੂਰ ਝਾਤੀ ਮਾਰਨੀ ਹੈ ਕਿ ਅਸੀਂ ਕਿਹੜੀ ਲਿਸਟ ਵਿੱਚ ਆਉਂਦੇ ਆ। ਕਿਤੇ ਅਸੀਂ ਵੀ ਤੇ ਨਹੀਂ ਇਸੇ ਲਿਸਟ ਦੇ ਵਿੱਚ ਜਿਹੜੇ ਵੇਦ ਕੇ ਸਰੋਤੇ ਆ, ਕਿਉਂਕਿ ਸਾਨੂੰ ਵੀ ਹੁਕਮ ਆ ਨਾ, ਸਾਨੂੰ ਤੇ ਹੁਕਮ ਆ ਸੁਣਿਆ ਤਾਂ ਸ਼ੁਰੂ ਹੋਣਾ ਹੈ ਤੇ ਮੰਨੇ ਤੱਕ ਜਾਣਾ ਹੈ। ਪਰ ਅਸੀਂ ਵੀ ਕਿਤੇ ਸਿਰਫ ਸੁਣੇ ਤੱਕ ਤੇ ਨਹੀਂ ਹੈਗੇ, ਅਸੀਂ ਸੁਣੇ ਤੱਕ ਹੀ ਤੇ ਨਹੀਂ ਰਹਿ ਜਾਂਦੇ। ਜੇ ਸੁਣੇ ਤੱਕ ਰਹਿ ਜਾਂਦੇ ਆ ਫਿਰ ਅਸੀਂ ਵੀ ਇਸੇ ਕੈਟਾਗਰੀ ਵਿੱਚ ਆਉਂਦੇ ਆ, ਕਈ ਕੋਟ ਵੇਦ ਕੇ ਸਰੋਤੇ, ਜਿਹੜੇ ਸਮਝਦੇ ਨੇ ਕਿ ਸਿਰਫ ਵੇਦਾਂ ਨੂੰ ਸੁਣਨ ਦੇ ਨਾਲ ਹੀ ਜਿਹੜੀ ਆ ਉਹ ਪ੍ਰਾਪਤੀ ਹੋ ਜਾਣੀ ਆ। ਕਈ ਕੋਟ ਤਪੀ ਸੁਰਗੁਤੇ, ਤੇ ਕਈ ਕਰੋੜਾਂ ਇਸ ਤਰ੍ਹਾਂ ਦੇ ਨੇ ਜਿਹੜੇ ਤਪ ਤਾਪਨਾ ਕਰਦੇ ਨੇ, ਜਿਹੜੇ ਆਪਣੇ ਸਰੀਰ ਨੂੰ, ਤਪ ਤਾਪਨਾ ਦਾ ਮਤਲਬ ਜਿਹੜੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ। ਕਸ਼ਟ ਕਿਵੇਂ ਦਿੰਦੇ ਨੇ? ਸਰਦੀਆਂ ਦੇ ਵਿੱਚ ਠੰਡੇ ਪਾਣੀ ਦੇ ਨਾਲ ਜਲ ਧਾਰੇ ਕਰਦੇ ਨੇ, ਤੇ ਗਰਮੀਆਂ ਦੇ ਵਿੱਚ ਜਿਹੜੀਆਂ ਨੇ ਉਹ ਅੱਗ ਦੇ ਵਿੱਚ ਧੂਣੀਆਂ ਤਪਾ ਕੇ ਬੈਠ ਜਾਂਦੇ ਨੇ, ਤੇ ਉੱਥੇ ਕੋਈ ਮੰਤਰ ਜਾਪ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ। ਭਲਾ ਰੱਬ ਦੁਸ਼ਮਣ ਆ? ਸੋਚਣ ਵਾਲੀ ਗੱਲ ਆ। ਉਹ ਤੇ ਸਾਡਾ ਮਾਤ ਪਿਤਾ ਹੈ, ਉਹ ਤੇ ਮਾਂ ਬਾਪ ਹੈ ਸਾਡਾ,
ਤੇ ਅਸੀਂ ਆਪਣੇ ਮਾਂ-ਬਾਪ ਨੂੰ ਪ੍ਰਸੰਨ, ਕੋਈ ਮਾਂ-ਬਾਪ ਕਿਤੇ ਪ੍ਰਸੰਨ ਹੁੰਦਾ ਹੈ ਜਦੋਂ ਉਹਦੇ ਬੱਚੇ ਆਪਣੇ ਮਾਂ-ਬਾਪ ਨੂੰ ਪ੍ਰਸੰਨ ਕਰਨ ਲਈ ਕਸ਼ਟ ਸਹਿੰਦੇ ਆ? ਇਸ ਕਰਕੇ ਪਰ ਕੈਟਾਗਰੀ ਆ, ਮਹਾਰਾਜ ਨੇ ਲਿਸਟ ਦੱਸੀ ਆ। ਅੱਗੇ ਆਖਰੀ ਨੇ ਕਈ ਕੋਟ ਆਤਮ ਧਿਆਨ ਧਾਰੇ, ਤੇ ਕਈ ਕਰੋੜਾਂ ਉਹ ਨੇ ਜਿਹੜੇ ਆਪਣੇ ਅੰਦਰ ਦੀ ਖੋਜ ਕਰਦੇ ਨੇ, ਜਿਹੜੇ ਆਪਣੇ ਅੰਦਰੋਂ ਲੱਭਦੇ ਨੇ। ਕਈ ਕੋਟ ਕਬ ਕਾ ਵਿਚਾਰੇ, ਤੇ ਕਬ ਦਾ ਮਤਲਬ ਹੁੰਦਾ ਹੈ ਕਵੀ, ਤੇ ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਉਹਨਾਂ ਰਚਨਾਵਾਂ ਨੂੰ, ਚੰਗੀਆਂ ਕਵਿਤਾਵਾਂ ਨੂੰ, ਚੰਗੀਆਂ ਰਚਨਾਵਾਂ ਨੂੰ ਪੜ੍ਹਦੇ ਨੇ ਤੇ ਇਹ ਸਮਝਦੇ ਨੇ ਵੀ ਸ਼ਾਇਦ ਇਹਨਾਂ ਨੂੰ ਪੜ੍ਹਿਆ, ਇਹਨਾਂ ਦੇ ਉੱਤੇ ਆਪਣਾ ਸਮਾਂ ਲਾਇਆ ਜਿਹੜਾ ਹੈ ਉਹ ਸਾਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਏ। ਕਈ ਕੋਟ ਨਵਤਨ ਨਾਮ ਧਿਆਵੇ, ਤੇ ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਉਹਦੇ ਨਵੇਂ-ਨਵੇਂ ਨਾਮ ਧਿਆਰੇ। ਨਵੇਂ-ਨਵੇਂ ਨਾਮ ਧਿਆਉਣ ਤੋਂ ਮਤਲਬ ਜਿੰਨੇ ਗੁਣ ਨੇ ਅਕਾਲ ਪੁਰਖ ਦੇ, ਉਹਨਾਂ ਗੁਣਾਂ ਦੇ ਨਾਲ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਨੇ। ਹੁਣ ਉਹਦੇ ਤਾਂ ਬਹੁਤ ਗੁਣ ਆ, ਆਪਾਂ ਔਰ ਉਹਨਾਂ ਗੁਣਾਂ ਨੂੰ ਯਾਦ ਕਰਕੇ ਉਹਨਾਂ ਗੁਣਾਂ ਨੂੰ ਹੀ ਆਪਣਾ ਜਿਹੜਾ ਸਿਮਰਨ ਬਣਾ ਲੈਂਦੇ ਨੇ। ਜਿਵੇਂ ਆਖਦੇ ਨੇ, ਆਪਾਂ ਕੋਈ ਕਹਿ ਲੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੁਣ ਅਸੀਂ ਦਿਨ ਰਾਤ ਇਹਨੂੰ ਆਪਣਾ ਜਾਪ ਬਣਾ ਲਈਏ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਪਰ ਆਪ ਅਸੀਂ ਮਿੱਠ ਬੋਲੜੇ ਹੋਈਏ ਨਾ ਤੇ ਜਾਪ ਇਹਨੂੰ ਬਣਾ ਲਈਏ, ਉਹਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਪਰ ਮਹਾਰਾਜ ਆਖਦੇ ਨੇ ਕਈ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਉਹਦੇ ਨਵੇਂ-ਨਵੇਂ ਨਾਮ, ਉਹਦੇ ਗੁਣਾਂ ਦੇ ਕਰਕੇ ਉਹਦੇ ਨਾਮ ਨੂੰ ਯਾਦ ਕਰਦੇ ਨੇ ਤੇ ਉਹਨੂੰ ਆਪਣਾ ਜਾਪ ਬਣਾ ਲੈਂਦੇ ਨੇ। ਪਰ ਆਖਦੇ ਨਾਨਕ ਕਰਤੇ ਕਾ ਅੰਤ ਨਾ ਪਾਵੇ, ਆਖਰ ਤੇ ਆਖਦੇ ਨੇ ਭਾਵ ਉਹ ਕਰਮ ਕਾਂਡੀ ਬਣ ਕੇ ਰਸਤਾ ਜ਼ਰੂਰ ਉਹਨਾਂ ਚੰਗਾ ਚੁਣਿਆ, ਇਹ ਚੰਗਾ ਰਸਤਾ ਹੈ, ਪੁਜਾਰੀ ਆ, ਤਪੀ ਸੁਰਿਆ, ਆਪਣੇ ਆਪ ਚੰਗੇ ਪਾਸੇ ਲੱਗੇ ਨੇ, ਪਰ ਉਹ ਜਿਹੜੇ ਨੇ ਉਹਨਾਂ ਇਹਨਾਂ ਦੀ ਜਿਹੜੀ ਲਿਸਟ ਆ ਇਹ ਚੰਗੇ ਲੋਕਾਂ ਦੇ ਵਿੱਚ ਮਹਾਰਾਜ ਨੇ ਗਿਣੀ ਆ। ਅੱਗੇ ਜਿਹੜੀ ਲਿਸਟ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਆ, ਉਸ ਲਿਸਟ ਨੂੰ ਵੀ ਧਿਆਨ ਨਾਲ ਸੁਣੀਏ। ਉਸ ਲਿਸਟ ਦੇ ਵਿੱਚ ਸੱਚੇ ਪਾਤਸ਼ਾਹ ਆਖਦੇ ਨੇ ਕਈ ਕੋਟ ਭਏ ਅਭਿਮਾਨੀ, ਕਰੋੜਾਂ ਹੀ ਉਹ ਨੇ ਜਿਹੜੇ ਆਪਣੇ ਹੰਕਾਰ ਦੇ ਵਿੱਚ ਗਰਸੇ ਪਏ, ਜਿਹੜੇ ਹੰਕਾਰੀ ਹੋਏ ਪਏ ਨੇ। ਇੱਥੋਂ ਤੱਕ ਆਖ ਦਿੰਦੇ ਨੇ ਰੱਬ ਕਿਹਨੇ ਦੇਖਿਆ ਹੈਗਾ? ਕੋਈ ਬੰਦਾ ਜਿਹਨੇ ਰੱਬ ਦੇਖਿਆ ਹੋਵੇ? ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਇਹ ਗੱਲ ਆਖਦੇ ਨੇ। ਕਈ ਕੋਟ ਅੰਧ ਗਿਆਨੀ, ਤੇ ਕਈ ਕਰੋੜਾਂ ਇਹੋ ਜਿਹੇ ਨੇ ਜਿਹੜੇ ਆਪਣੇ ਅਗਿਆਨ ਦੇ ਕਰਕੇ ਅੰਨੇ ਹੋਏ ਫਿਰਦੇ ਨੇ। ਭਾਵ ਗਿਆਨ ਅੰਧ ਗਿਆਨੀ ਤੋਂ ਭਾਵ ਇਹ ਨਹੀਂ ਵੀ ਜਿਨ੍ਹਾਂ ਦੇ ਮੁਖ ਦੇ ਉੱਤੇ ਲੋਇਨ ਨਹੀਂ ਹੈਗੀ, ਜਿਨ੍ਹਾਂ ਦੀਆਂ ਇਹ ਅੱਖਾਂ ਨਹੀਂ ਹੈਗੀਆਂ, ਨਹੀਂ। ਗੁਰਬਾਣੀ ਵਿੱਚ ਆਖਿਆ ਏ ਅੰਧੇ ਨਾ ਆਖੀਆਂ ਜਿਨ ਮੁਖ ਲੋਇਨ ਨਾਹੀਂ, ਅੰਧੇ ਸੇ ਨਾਨਕਾ ਖਸਮੋਂ ਕੁੱਤੇ ਜਾਏ, ਜਿਹੜੇ ਉਹਦੇ ਹੁਕਮ ਨੂੰ ਨਹੀਂ ਪਛਾਣਦੇ, ਜਿਹੜੇ ਉਹਦੇ ਗੁਣਾਂ ਨੂੰ ਨਹੀਂ ਪਛਾਣਦੇ, ਅਸਲ ਦੇ ਵਿੱਚ ਅੰਨੇ ਉਹ ਨੇ। ਤੇ ਇਸ ਤਰ੍ਹਾਂ ਦੇ ਵੀ ਮਹਾਰਾਜ ਆਖਦੇ ਨੇ ਕਰੋੜਾਂ ਹੀ ਨੇ। ਕਈ ਕੋਟ ਕਿਰਪਨ ਕਠੋਰ, ਕਿਰਪਨ ਦਾ ਮਤਲਬ ਹੁੰਦਾ ਕੰਜੂਸ, ਤੇ ਕਠੋਰ ਤੋਂ ਭਾਵ ਜਿਹੜਾ ਸਖਤ ਹੋਵੇ, ਜਿਹੜਾ ਪੱਥਰ ਦਿਲ ਹੋਵੇ, ਜਿਹਦੇ ਤੇ ਕਿਸੇ ਚੀਜ਼ ਦਾ ਕੋਈ ਅਸਰ ਹੀ ਨਾ ਹੋਵੇ। ਇਸ ਤਰ੍ਹਾਂ ਦੇ ਵੀ ਕਈ ਕਰੋੜਾਂ ਤੁਰੇ ਫਿਰਦੇ ਨੇ। ਕਈ ਮਹਾਰਾਜ ਆਖਦੇ ਨੇ ਕਈ ਕਰੋੜ ਅਪਿਗ ਆਤਮ ਨਿਕੂਰ, ਤੇ ਕਰੋੜਾਂ ਹੀ ਕਈ ਕਰੋੜਾਂ ਇਹੋ ਜਿਹੇ ਨੇ ਜਿਹੜਾ ਦਾ ਦਿਲ ਕਿਸੇ ਦਾ ਦੁੱਖ ਦੇਖ ਕੇ ਪਸੀਜਦਾ ਹੀ ਨਹੀਂ, ਜਿਨ੍ਹਾਂ ਨੂੰ ਕਿਸੇ ਤੇ ਕੋਈ ਤਰਸ ਦੀ ਭਾਵਨਾ, ਜਿਨ੍ਹਾਂ ਦੀ ਮਰ ਚੁੱਕੀ ਹੈ, ਜਿਨ੍ਹਾਂ ਨੂੰ ਕੋਈ ਤਰਸ ਹੀ ਨਹੀਂ ਆਉਂਦਾ। ਇਸ ਤਰ੍ਹਾਂ ਦੇ ਵੀ ਕਈ ਕਰੋੜਾਂ ਹੀ ਨੇ। ਅੱਗੇ ਆਖਦੇ ਨੇ ਤੇ ਜਿਹੜੇ ਇਸ ਤਰ੍ਹਾਂ ਦੇ ਹੋਣ ਉਹ ਫਿਰ ਪਤਾ ਕੀ ਕਰਦੇ ਨੇ, ਕਈ ਕੋਟ ਪਰ ਧਰਮ ਕੋ ਹਿਰੈ, ਤੇ ਜਿਹੜੇ ਇਸ ਤਰ੍ਹਾਂ ਦੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ, ਭਾਵੇਂ ਉਹਨਾਂ ਨੂੰ ਕੋਈ ਵੀ ਤਰੀਕਾ ਅਪਣਾਉਣਾ ਪਵੇ, ਠੱਗੀ ਕਰਨੀ ਪਵੇ, ਝੂਠ ਬੋਲਣਾ ਪਵੇ, ਬੇਈਮਾਨੀ ਕਰਨੀ ਪਵੇ, ਕੁਛ ਵੀ ਕਰਨਾ ਪਵੇ, ਉਹ ਕੀ ਕਰਦੇ ਨੇ, ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਨਾ ਉਹ ਧਨ ਨੂੰ ਕਮਾਉਣਾ ਚਾਹੁੰਦੇ ਨੇ। ਵੀ ਕੋਈ ਵੀ ਤਰੀਕਾ ਹੋਵੇ, ਠੱਗੀ ਮਾਰੀਏ, ਬੇਈਮਾਨੀ ਕਰੀਏ, ਕੁਛ ਵੀ ਕਰੀਏ, ਜਿਹੜਾ ਸਾਡੇ ਕੋਲ ਪੈਸਾ ਉਹ ਆ ਜਾਵੇ। ਤਾਂ ਹੀ ਕਰਕੇ ਜਿਹੜਾ ਗਲਤ ਤਰੀਕਿਆਂ ਨਾਲ ਕਮਾਇਆ ਗਿਆ ਧਨ ਹੈ ਨਾ, ਉਹਨੂੰ ਬਲੈਕ ਮਨੀ ਆਖਿਆ ਜਾਂਦਾ ਹੈ। ਬਲੈਕ ਮਨੀ ਕਿਉਂ? ਕਿਤੇ ਉਹ ਪੈਸਾ ਕਾਲਾ ਹੈ, ਉਹਦਾ ਰੰਗ ਕਾਲਾ ਹੈ? ਨਹੀਂ, ਉਸ ਪੈਸੇ ਦਾ ਰੰਗ ਕਾਲਾ ਨਹੀਂ ਆ, ਪਰ ਕਿਉਂਕਿ ਉੱਪਰ ਦਰਬ ਕੋ ਹਿਰੇ, ਉਹ ਪਰਾਇਆ ਧਨ ਚਾਹੁੰਦੇ ਨੇ ਵੀ ਮੇਰੇ ਕੋਲ ਆ ਜਾਏ, ਭਾਵੇਂ ਠੱਗੀਆਂ ਮਾਰੀਏ, ਜੋ ਮਰਜ਼ੀ ਕਰੀਏ, ਤੇ ਜਿੱਥੇ ਬਹਿ ਕੇ ਪਰਾਇਆ ਧਨ ਕਮਾਇਆ ਜਾਵੇ
ਉਹ ਬਲੈਕ ਮਾਰਕੀਟ ਆਖਦੇ ਨੇ ਉਹਨੂੰ। ਇਸ ਤਰ੍ਹਾਂ ਦੇ ਵੀ ਕਈ ਕਰੋੜਾਂ ਨੇ। ਕਈ ਕੋਟ ਪਰ ਦੁੱਖ ਨਾ ਕਰੇ। ਤੇ ਇਹੋ ਜਿਹੇ ਵੀ ਕਈ ਕਰੋੜਾਂ ਮਨੁੱਖ ਨੇ ਜਿਹੜੇ ਕਈਆਂ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਖੜੀਆਂ ਕਰਦੇ ਨੇ, ਵੀ ਇਹਨਾਂ ਦੇ ਕੰਮ 'ਚ ਰੁਕਾਵਟ ਖੜੀ ਕਰਕੇ ਮੇਰੇ ਕੋਲ ਪੈਸਾ ਤੇ ਲਾ ਜੇ, ਮੈਨੂੰ ਇਹ ਕੰਮ ਕਰ ਮਿਲ ਜਾਵੇ, ਇਹ ਬੰਦਾ ਭਾਵੇਂ ਭੁੱਖਾ ਮਰਦਾ ਹੈ ਤਾਂ ਮਰੇ, ਇਹਨੂੰ ਮੈਂ ਦੁੱਖ ਦੇ ਦੇਵਾਂ। ਇਸ ਤਰ੍ਹਾਂ ਦੇ ਵੀ ਕਈ ਕਰੋੜਾਂ ਜਿਹੜੇ ਨੇ ਉਹ ਤੁਰੇ ਫਿਰਦੇ ਨੇ। ਕਈ ਕੋਟ ਮਾਇਆ ਸ਼ਰਮ ਮਾਹੀ, ਤੇ ਕਈ ਕਰੋੜਾਂ ਉਹ ਨੇ ਜਿਹੜੇ ਸਿਰਫ ਪੈਸੇ ਦੇ ਕਰਕੇ ਮਿਹਨਤ ਕਰਦੇ ਨੇ, ਜਿਹੜੇ ਸਿਰਫ ਪੈਸਾ ਕਮਾਉਣ ਲਈ ਜੀਂਦੇ ਨੇ। ਉਹਨਾਂ ਦਾ ਗੁਰੂ ਹੀ ਹੋਰ ਕੋਈ ਨਹੀਂ ਹੈਗਾ, ਉਹਨਾਂ ਦਾ ਰੱਬ ਹੀ ਸਿਰਫ ਪੈਸਾ ਹੈ। ਕਈ ਕੋਟ ਪਰਦੇਸ ਫਰਮਾਏ, ਤੇ ਇਹੋ ਜਿਹੇ ਵੀ ਕਈ ਕਰੋੜਾਂ ਦੀ ਗਿਣਤੀ 'ਚ ਨੇ ਜਿਹੜੇ ਆਖਦੇ ਨੇ ਪੈਸਾ ਪੈਸਾ ਪੈਸਾ। ਉਹ ਪੈਸਾ ਕਮਾਉਣ ਲਈ ਪਰਦੇਸਾਂ ਦੇ ਵਿੱਚ ਭਰਮਦੇ ਫਿਰਦੇ ਨੇ, ਪਰਦੇਸਾਂ ਦੇ ਵਿੱਚ ਭਟਕਦੇ ਫਿਰਦੇ ਨੇ, ਪਰ ਉੱਥੇ ਜਾ ਕੇ ਵੀ ਉਹਨਾਂ ਦਾ ਮਕਸਦ ਸਿਰਫ ਇੱਕ ਹੀ ਆ, ਪੈਸਾ। ਇਸ ਤਰ੍ਹਾਂ ਦੇ ਕਈ ਕਰੋੜਾਂ ਨੇ। ਅੱਗੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤ ਜਿਤ ਲਾਵੋ ਤਿਤ ਤਿਤ ਲੱਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਹੁਣ ਦੇਖੋ ਇਹਦੇ ਵਿੱਚ ਮਹਾਰਾਜ ਨੇ ਤੁਹਾਨੂੰ ਦੱਸ ਦਿੱਤਾ ਵੀ ਇਹ ਰਚਨਾਵਾਂ ਕਿਸ ਤਰ੍ਹਾਂ ਦੀਆਂ, ਕੀ ਹੈ ਇਹਨਾਂ ਰਚਨਾਵਾਂ ਦੇ ਵਿੱਚ। ਪਹਿਲੀ ਜਿਹੜੀ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਸਟ ਦੱਸੀ, ਜਿਹੜੇ ਉਹਨੂੰ ਹਾਸਲ ਕਰਨ ਦੇ ਲਈ ਕਈ ਤਰ੍ਹਾਂ ਦੀ ਪੂਜਾ ਕਰਦੇ ਨੇ, ਤਪੀਸਰ ਨੇ, ਸਭ ਕੁਛ ਨੇ, ਉਹਨਾਂ ਦੀ ਲਿਸਟ ਬਣਾਈ। ਦੂਸਰੀ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਿਹੜੇ ਗਲਤ ਪਾਸੇ ਲੱਗੇ ਨੇ, ਹੰਕਾਰੀ ਨੇ, ਅੰਧ ਗਿਆਨੀ ਨੇ, ਜਿਹੜੇ ਪੈਸੇ ਨੂੰ ਕਮਾਉਂਦੇ ਨੇ, ਪੈਸੇ ਨੂੰ ਕਮਾਉਣ ਦੀ ਖਾਤਰ ਗਲਤ ਤਰੀਕੇ ਦੇ ਨਾਲ ਪੈਸਾ ਕਮਾਉਂਦੇ ਨੇ, ਉਹਨਾਂ ਦੀ ਲਿਸਟ। ਪਰਦੇਸ 'ਚ ਵੀ ਜਾਂਦੇ ਨੇ ਤੇ ਸਿਰਫ ਆਪਣਾ ਰੱਬ ਉਹਨਾਂ ਪੈਸੇ ਨੂੰ ਬਣਾਇਆ ਹੈ। ਇਹ ਸਾਰਾ ਕੁਛ ਮਹਾਰਾਜ ਆਖਦੇ ਨੇ ਉਹਦੀ ਰਚਨਾ ਦਾ ਭੇਦ ਜਿਹੜਾ ਹੈ ਨਾ, ਇਹ ਸਿਰਫ ਉਹ ਹੀ ਜਾਣ ਸਕਦਾ ਹੈ। ਉਹਦੀ ਰਚਨਾ ਦਾ ਭੇਦ ਅਸੀਂ ਨਹੀਂ ਜਾਣ ਸਕਦੇ, ਕਿਉਂਕਿ ਕਰਤੇ ਕੀ ਜਾਣੇ ਕਰਤਾ ਰਚਨਾ। ਜੋ ਉਹਨੇ ਰਚਨਾ ਰਚੀ ਆ, ਇਹ ਭੇਦ ਉਸੇ ਨੂੰ ਆ, ਅਸੀਂ ਨਹੀਂ ਇਹ ਜਾ ਸਕਦੇ। ਪਰ ਇੱਕ ਗੱਲ ਆ ਜਿਹੜੀ ਆਪਾਂ ਸਮਝਣੀ, ਉਹ ਗੱਲ ਹੈਗੀ ਆ ਹੁਕਮ ਤੇ ਕਰਮ। ਕੱਲੇ ਕਰਮਾਂ ਦੇ ਨਾਲ ਗੱਲ ਵੀ ਨਹੀਂ ਬਣਨੀ, ਤੇ ਕੱਲੇ ਹੁਕਮ ਨੂੰ ਵੀ ਜੇ ਅਸੀਂ ਆਖੀਏ ਤਾਂ ਵੀ ਗੱਲ ਨਹੀਂ ਬਣਨੀ। ਹੁਣ ਜੇ ਅਸੀਂ ਇਹ ਗੱਲ ਆਖਦੇ ਹਾਂ ਵੀ ਮੇਰੇ ਕਰਮ, ਮੈਂ ਸਭ ਕੁਝ ਕੀਤਾ, ਮੈਂ ਇੰਜ ਕਰਦਾ, ਇਹ ਹੋ ਨਹੀਂ ਸੀ ਸਕਦਾ, ਫਿਰ ਇਹਦਾ ਮਤਲਬ ਅਸੀਂ ਹੰਕਾਰੀ ਹੋ ਗਏ, ਅਸੀਂ ਹੰਕਾਰ ਦੇ ਵਿੱਚ ਫਸ ਗਏ। ਜੇ ਅਸੀਂ ਆਖਣ ਲੱਗ ਪਏ ਵੀ ਮੇਰੇ ਕਰਮਾਂ ਦੇ ਕਰਕੇ ਸਭ ਕੁਝ ਹੋਇਆ, ਮੇਰੇ ਕੰਮਾਂ ਕਰਕੇ ਹੋਇਆ। ਤੇ ਦੂਸਰਾ, ਜੇ ਅਸੀਂ ਇਹ ਗੱਲ ਸੋਚ ਕੇ ਬਹਿ ਜਾਂਦੇ ਹਾਂ ਜੀ ਜਦੋਂ ਹੁਕਮ ਹੋਏਗਾ ਉਦੋਂ ਕਰਾਂਗੇ, ਹੁਕਮ ਹੋਏਗਾ ਉਦੋਂ ਕਰਾਂਗੇ, ਇਹਦਾ ਮਤਲਬ ਫਿਰ ਅਸੀਂ ਆਲਸੀ ਹੋ ਗਏ, ਫਿਰ ਅਸੀਂ ਹੁਕਮ ਨੂੰ ਸਮਝਿਆ ਨਹੀਂ। ਪਰ ਇਹ ਦੋ ਚੀਜ਼ਾਂ ਕੰਮ ਕਰਦੀਆਂ ਨੇ। ਸੱਚੇ ਪਾਤਸ਼ਾਹ ਦੇ ਜੀਵ ਦੇ ਕਰਮ, ਪ੍ਰਭੂ ਦਾ ਹੁਕਮ, ਉਸ ਅਕਾਲ ਪੁਰਖ ਦਾ ਹੁਕਮ। ਜਦੋਂ ਪ੍ਰਭੂ ਦੇ ਹੁਕਮ ਨੂੰ ਪਛਾਣਾਂਗੇ, ਹੁਕਮ ਨੂੰ ਪਛਾਣ ਕੇ ਤਾਂ ਹਉਮੈ ਛੱਡਾਂਗੇ। ਜਦੋਂ ਹੁਕਮ ਨੂੰ ਪਛਾਣਾਂਗੇ, ਹਉਮੈ ਛੱਡਾਂਗੇ, ਤਾਂ ਹੀ ਆਪਣੇ ਜਿਹੜੇ ਕਰਮ ਆ ਉਹਨਾਂ ਨੂੰ ਸੁਕਰਮ ਬਣਾਵਾਂਗੇ, ਤਾਂ ਹੀ ਜਿਹੜੇ ਸਾਡੇ ਕਰਮ ਨੇ ਉਹ ਸ਼ੁਭ ਕਰਮ ਬਣਨਗੇ। ਇਸ ਕਰਕੇ ਕਰਮ ਤੇ ਹੁਕਮ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਬੇਸ ਆ, ਇਹ ਨਾਲ ਨਾਲ ਚੱਲਦੀਆਂ ਨੇ। ਹੁਣ ਜਿਵੇਂ ਦੇਖੋ ਨਾ, ਇੱਕ ਸਿਟੀ ਹੈ, ਇੱਕ ਸਿਟੀ ਦੇ ਵਿੱਚ ਕਿੰਨੀ ਪਾਪੂਲੇਸ਼ਨ ਹੋਵੇ ਤੇ ਉਹ ਸਿਟੀ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਨੇ ਉਹ ਡਿਪਾਰਟਮੈਂਟ ਅਲੱਗ-ਅਲੱਗ ਬਣਾਏ ਜਾਂਦੇ ਨੇ। ਇਸੇ ਤਰ੍ਹਾਂ ਪਰਮਾਤਮਾ ਨੇ ਇੰਨੀ ਰਚਨਾ ਰਚੀ ਆ, ਤੇ ਉਸ ਰਚਨਾ ਨੂੰ ਦੇਖੋ ਰਚ ਕੇ ਉਹ ਕਿਵੇਂ ਕੰਟਰੋਲ ਕਰ ਰਿਹਾ ਹੈ, ਸਾਡੀ ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ, ਸਾਨੂੰ ਪਾਲ ਰਿਹਾ ਹੈ, ਕੰਟਰੋਲ ਕਰ ਰਿਹਾ ਹੈ। ਤੇ ਇਕੱਲਾ ਕੰਟਰੋਲ ਨਹੀਂ ਕਰ ਰਿਹਾ, ਸਾਡੀ ਫਾਈਲ ਵੀ ਨਾਲ ਨਾਲ ਤਿਆਰ ਹੋ ਰਹੀ ਹੈ ਵੀ ਅਸੀਂ ਕੀ ਕਰਮ ਜਿਹੜੇ ਨੇ ਉਹ ਕਰ ਰਹੇ ਹਾਂ, ਇਹ ਫਾਈਲ ਬਣ ਰਹੀ ਹੈ ਸਾਡੀ। ਤੇ ਉਸ ਫਾਈਲ ਦੇ ਮੁਤਾਬਕ ਜਿਹੜਾ ਹੈ ਨਾ, ਉਹ ਅਸੀਂ ਬਾਅਦ ਵਿੱਚ ਦੁੱਖ ਸੁੱਖ ਜਿਹੜੇ ਉਹ ਭੋਗਦੇ ਹਾਂ। ਕਿਵੇਂ ਸਾਡੇ ਸੰਸਕਾਰ ਬਣਦੇ, ਇਹ ਵੀ ਆਪਾਂ ਨਾਲ ਨਾਲ ਜ਼ਰੂਰ ਗੱਲ ਸਾਂਝੀ ਕਰਾਂਗੇ, ਕਿਉਂਕਿ ਉਹਦੇ ਹੁਕਮ ਦੇ ਵਿੱਚ ਸਭ ਕੁਝ ਆ। ਹੁਕਮ 'ਚ ਸਭ ਕੁਝ ਸਮਝਣ ਲਈ ਆਖਦੇ ਨੇ, ਏਕੇ ਸੂਤ ਪਰੋਏ ਮਣੀਏ। ਸੂਤ ਤੋਂ ਮਤਲਬ ਧਾਗਾ, ਮਣੀਏ ਤੋਂ ਮਤਲਬ ਜਿਹੜੇ ਉਸ ਧਾਗੇ ਦੇ ਵਿੱਚ, ਸੂਤ ਵਿੱਚ ਮਣਕੇ ਹੁੰਦੇ ਆ, ਜਿਹੜੇ ਮੋਤੀ ਹੁੰਦੇ ਆ, ਇਹ ਮਤਲਬ। ਹੁਣ ਜਿਹੜਾ ਸੂਤ ਆ, ਜਿਹੜਾ ਧਾਗਾ ਹੈ, ਉਹ ਕੀ ਕੰਮ ਕਰਦਾ ਹੈ? ਉਹ ਮਣਕਿਆਂ ਨੂੰ ਬੰਨ੍ਹ ਕੇ ਰੱਖਦਾ ਹੈ, ਪਰੋ ਕੇ ਰੱਖਦਾ ਹੈ,
ਧਾਗਾ ਆਪ ਨਹੀਂ ਚੱਲਦਾ ਕਦੀ ਵੀ, ਮਣਕੇ ਚੱਲਦੇ ਆ। ਧਾਗਾ ਚਲਾਇਮਾਨ ਨਹੀਂ, ਧਾਗਾ ਉੱਥੇ ਹੀ ਰਹਿੰਦਾ ਹੈ। ਜਿਹੜੇ ਮਣਕੇ ਨੇ ਇਹ ਚੱਲਦੇ ਨੇ। ਸੋ ਅਸੀਂ ਸਾਰੇ ਆਪਣੇ ਆਪਣੇ ਜਿਹੜੀ ਰਚਨਾ ਰਚੀ ਆ ਨਾ, ਸਾਰੀਆਂ ਵਸਤੂਆਂ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗੀਆਂ ਨੇ। ਏਕੇ ਸੂਤ ਪਰੋਏ ਮਣੀਏ, ਸਾਰੀਆਂ ਚੀਜ਼ਾਂ ਆਪਣੀ ਆਪਣੀ ਸਾਰੀ ਰਚਨਾ ਆਪਣੀ ਆਪਣੀ ਡਿਊਟੀ ਨਿਭਾ ਰਹੀ ਆ। ਆਪਾਂ ਪੜ੍ਹਦੇ ਆ ਨਾ, ਭੈ ਵਿੱਚ ਅਗਨ ਵਹੇ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਇਹ ਆਪਾਂ ਸਾਰਾ ਕੁਝ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਆ। ਤੇ ਇਹ ਸਾਰਾ ਕੁਝ ਆਪਣੀ ਆਪਣੀ ਡਿਊਟੀ ਜਿਹੜੀ ਆ ਉਹ ਇਹ ਨਿਭਾ ਰਹੇ ਨੇ। ਸੋ ਪਰ ਯਾਦ ਰੱਖਣ ਵਾਲੀ ਗੱਲ ਇਹ ਆ, ਸਭ ਮੈਂ ਜੋਤ ਜੋਤ ਹਿਸਨੇ। ਅੱਗੇ ਮਹਾਰਾਜ ਨੇ ਫਰਮਾਇਆ, ਜਿਹੜੀ ਅੱਗੇ ਲਿਸਟ ਦਿੱਤੀ ਆ ਉਸ ਲਿਸਟ ਦੇ ਵਿੱਚ ਆਖਦੇ ਨੇ, ਕਈ ਕੋਟ ਸਿੱਧ ਜਤੀ ਜੋਗੀ। ਕਈ ਕਰੋੜਾਂ ਹੀ ਇਹੋ ਜਿਹੇ ਨੇ ਜਿਨ੍ਹਾਂ ਨੇ ਸਿੱਧੀਆਂ ਹਾਸਲ ਕੀਤੀਆਂ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਜਤੀ ਨੇ। ਤੇ ਜਿਹੜੇ ਕਈ ਇਸ ਤਰ੍ਹਾਂ ਦੇ ਨੇ ਜਿਹੜੇ ਜੋਗੀ ਨੇ, ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਜੋਗ ਮਤ ਧਾਰਨ ਕੀਤਾ। ਕਈ ਕੋਟ ਰਾਜੇ ਰਸ ਭੋਗੀ, ਤੇ ਕਰੋੜਾਂ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਰਾਜ ਭਾਗ ਦੇ ਭੋਗਾਂ ਦੇ ਵਿੱਚ ਇਹਦੇ ਵਿੱਚ ਨਜ਼ਾਰੇ ਲੈ ਰਹੇ ਨੇ, ਆਪਣੇ ਰਾਜ ਭਾਗ ਦੇ ਰਸ ਜਿਹੜੇ ਨੇ ਉਹ ਲੈ ਰਹੇ ਨੇ। ਕਈ ਕੋਟ ਪੰਖੀ ਸਰ ਕੋ ਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ। ਤੇ ਕਰੋੜਾਂ ਹੀ ਪੰਛੀ ਨੇ, ਕਰੋੜਾਂ ਤਰ੍ਹਾਂ ਦੀ ਰਚਨਾ ਉਹਦੇ ਸੱਪ ਨੇ, ਕਈ ਤਰ੍ਹਾਂ ਦੀ ਰਚਨਾ ਹੈ, ਕਰੋੜਾਂ ਹੀ ਤਰ੍ਹਾਂ ਦੇ ਬਿਰਖ ਨੇ, ਤੇ ਕਰੋੜਾਂ ਹੀ ਤਰ੍ਹਾਂ ਦੇ ਪੱਥਰ ਨੇ। ਕਿਉਂਕਿ ਅੱਜ ਸਾਇੰਸ ਨੇ ਗੱਲ ਸਾਬਤ ਕਰ ਦਿੱਤੀ ਆ ਕਿ ਜਿਹੜੇ ਪੱਥਰ ਨੇ ਇਹ ਵੀ ਵੱਧਦੇ ਨੇ। ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ। ਕਈ ਕਰੋੜਾਂ ਇਸ ਤਰ੍ਹਾਂ ਦੇ, ਕਰੋੜਾਂ ਹੀ ਤਰ੍ਹਾਂ ਦੇ ਪਾਣੀ ਨੇ। ਪਾਣੀ ਕਿਤੇ ਹਲਕਾ ਏ, ਕਿਤੇ ਭਾਰਾ ਏ, ਕਿਤੇ ਨੋਰਮਲ ਹੈ, ਕਿਤੇ ਮਿੱਠਾ ਏ, ਕਿਤੇ ਖਾਰਾ ਏ। ਕਰੋੜਾਂ ਤਰ੍ਹਾਂ ਦੀ ਜਿਹੜੀ ਆ ਉਹ ਹਵਾ ਏ। ਹਵਾ ਵੀ ਦੇਖੋ ਨਾ, ਕਿਤੇ ਗਿੱਲੀ ਹੈ, ਕਿਤੇ ਸਿੱਲੀ ਹੈ, ਕਿਤੇ ਕਿਸ ਤਰ੍ਹਾਂ ਦੀ ਹੈ, ਕਿਤੇ ਠੰਡੀ ਹੈ, ਕਿਤੇ ਗਰਮ ਹੈ। ਆਪਾਂ ਤਾਂ ਹੀ ਆਖਦੇ ਆ ਨਾ ਵੀ ਫਲਾਨੀ ਜਗ੍ਹਾ ਦਾ ਜਿਹੜਾ ਪਵਨ ਪਾਣੀ ਉਹ ਬੜਾ ਵਧੀਆ, ਫਲਾਨੀ ਜਗ੍ਹਾ ਦਾ ਪਵਨ ਪਾਣੀ ਬਹੁਤ ਵਧੀਆ, ਉੱਥੇ ਚੱਲਦੇ ਆ। ਇਸ ਲਈ ਇਹਦਾ ਮਤਲਬ ਪਾਣੀ, ਹਵਾ ਵੀ ਕਈ ਤਰ੍ਹਾਂ ਦੀ, ਕਰੋੜਾਂ ਤਰ੍ਹਾਂ ਦੀ, ਪਾਣੀ ਵੀ ਕਰੋੜਾਂ ਤਰ੍ਹਾਂ ਦਾ, ਅੱਗ ਵੀ ਬਹੁਤ ਤਰ੍ਹਾਂ ਦੀ। ਬਸੰਤਰ ਤੋਂ ਭਾਵ ਅੱਗ। ਅੱਗ ਸਿਰਫ ਇਹ ਨਹੀਂ ਜਿਹਦੇ ਤੇ ਆਪਾਂ ਭੋਜਨ ਪਕਾਉਂਦੇ ਆ। ਅੱਗ ਤੇ ਗੁਰਬਾਣੀ ਚ ਲਿਖਿਆ ਨਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਤ੍ਰਿਸ਼ਨਾ ਦੀ ਅੱਗ ਸਭ ਤੋਂ ਵੱਡੀ ਅੱਗ ਜਿਹੜੀ ਸਾਨੂੰ ਦਿਨ ਰਾਤ ਪਈ ਸਾੜਦੀ ਹੈ। ਲੋਭ ਦੀ ਅੱਗ, ਕਾਮ ਦੀ ਅੱਗ, ਕ੍ਰੋਧ ਦੀ ਅੱਗ, ਕਈ ਤਰ੍ਹਾਂ ਦੀਆਂ ਅੱਗਾਂ ਨੇ। ਕਈ ਕੋਟ ਦੇਸ ਭੂ ਮੰਡਲ, ਤੇ ਕਰੋੜਾਂ ਹੀ ਦੇਸ਼, ਕਰੋੜਾਂ ਹੀ ਧਰਤੀਆਂ, ਕਰੋੜਾਂ ਮੰਡਲ, ਬਹੁਤ ਕੁਛ ਹੈ ਜਿਹਦੀ ਅਸੀਂ ਜਿਹੜੀ ਆ ਉਹ ਗਿਣਤੀ ਉਹ ਨਹੀਂ ਕਰ ਸਕਦੇ। ਕਿਉਂਕਿ ਸਾਡਾ ਜਿਹੜੀ ਸੀਮਾ, ਜਿਹੜੀ ਸਾਡੀ ਬੁੱਧੀ ਆ ਨਾ, ਉਹ ਇੱਕ ਸੀਮਾ ਦੇ ਅੰਦਰ ਆ। ਪਰ ਮਹਾਰਾਜ ਆਖਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਆ ਮੇਰੇ ਬੱਚੇ, ਮੈਂ ਤੈਨੂੰ ਤੇਰੀ ਬੁੱਧੀ ਨਾਲੋਂ ਕਿਤੇ ਦੂਰ, ਕਿਤੇ ਤੈਨੂੰ ਪਰੇ ਲੈ ਕੇ ਜਾਵਾਂ। ਕਿਉਂਕਿ ਕਰੋੜਾਂ ਹੀ ਤਰ੍ਹਾਂ ਦੇ ਜਿਹੜੇ ਨੇ ਉਹ ਦੇਵੀ ਦੇਵਤੇ ਵੀ ਨੇ, ਕਰੋੜਾਂ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਨੇ। ਉਹ ਵੱਖਰੀ ਗੱਲ ਆ, ਤੂੰ ਆਪਣੀ ਬੁੱਧੀ, ਤੇਰੀ ਬੁੱਧੀ ਸੀਮਤ ਆ, ਤੂੰ ਆਪਣੀ ਬੁੱਧੀ ਦੇ ਕਰਕੇ ਸਿਰਫ 33 ਕਰੋੜ ਆਖਦਾ ਹੈ। ਹਾਲਾਂਕਿ ਅਸੀਂ 33 ਕਰੋੜ ਦੇ ਨਾਂ ਨਹੀਂ ਜਾਣਦੇ, ਇਹ ਇਤਿਹਾਸਕ ਆ। ਪਰ ਮਹਾਰਾਜ ਆਖਦੇ ਤੇਰੀ ਪਹੁੰਚ 33 ਕਰੋੜ ਤੱਕ ਹੋਏਗੀ, ਪਰ ਕਈ ਕਰੋੜਾਂ ਨੇ। ਕਿਉਂਕਿ ਪ੍ਰਭੂ ਦੀ ਰਚਨਾ ਨੂੰ ਜਦੋਂ ਅਸੀਂ ਸੀਮਤ ਕਰ ਦਿੰਦੇ ਆ, ਕਿਸੇ ਗਿਣਤੀ ਦੇ ਵਿੱਚ ਲੈ ਆਉਂਦੇ ਆ, ਇਹਦਾ ਮਤਲਬ ਅਸੀਂ ਪ੍ਰਭੂ ਨੂੰ ਵੀ ਸੀਮਤ ਕਰ ਦਿੰਦੇ ਆ। ਤਾਂ ਹੀ ਕਰਕੇ ਸੱਚੇ ਪਾਤਸ਼ਾਹ ਸਤਿਗੁਰ ਸਾਹਿਬ ਜੀ ਨੇ ਕੋਟ ਦੇ ਨਾਲ ਕਈ ਜੋੜਿਆ ਹੈ, ਕਈ ਕੋਟ। ਅੱਗੇ ਆਖਦੇ ਨੇ, ਕਈ ਕੋਟ ਸਸੀਰ ਸੂਰ ਨਖੱਤਰ, ਤੇ ਕਰੋੜਾਂ ਹੀ ਚੰਦਰਮਾ, ਕਰੋੜਾਂ ਹੀ ਸੂਰਜ, ਤੇ ਕਰੋੜਾਂ ਹੀ ਤਾਰੇ ਨੇ। ਉਹਦੀ ਸ਼ਕਤੀ ਨੂੰ ਅਸੀਂ ਜਾਣ ਨਹੀਂ ਸਕਦੇ। ਕਈ ਕੋਟ ਦੇਵ ਦਾਨਵ ਇੰਦਰ ਸਰਸ਼ਤਰ, ਕਰੋੜਾਂ ਹੀ ਦੇਵਤੇ, ਕਰੋੜਾਂ ਤਰ੍ਹਾਂ ਦੇ ਦੈਂਤ, ਕਰੋੜਾਂ ਹੀ ਇੰਦਰ। ਇੱਥੇ ਇੰਦਰ ਤੋਂ ਭਾਵ ਰਾਜਾ, ਇੱਥੇ ਇੰਦਰ ਦਾ ਮਤਲਬ ਹੈ ਰਾਜਾ। ਕਿਉਂਕਿ ਗੁਰਬਾਣੀ ਦੇ ਵਿੱਚ ਇੰਦਰ ਦਾ ਅਰਥ ਰਾਜਾ ਆਇਆ ਹੈ। ਆਪਾਂ ਪੜ੍ਹਦੇ ਹਾਂ ਨਾ, ਨਰਿੰਦ, ਨਰਿੰਦ ਦਾ ਮਤਲਬ ਨਰਾਂ ਦਾ ਰਾਜਾ। ਗਜਿੰਦਰ,
ਗਜਿੰਦਰ ਦਾ ਮਤਲਬ ਹਾਥੀਆਂ ਦਾ ਰਾਜਾ, ਜਿਹੜਾ ਹਾਥੀਆਂ 'ਚ ਸ੍ਰੇਸ਼ਟ ਹੋਵੇ, ਸਭ ਤੋਂ ਉੱਤਮ ਹੋਵੇ। ਮਨਿੰਦਰ ਦਾ ਮਤਲਬ ਜਿਹੜਾ ਮੁਨੀਆਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਹੋਵੇ। ਸੋ ਇੰਦਰ ਦਾ ਮਤਲਬ ਰਾਜਾ। ਕਰੋੜਾਂ ਹੀ ਦੇਵੀ ਦੇਵਤੇ ਤੇ ਕਰੋੜਾਂ ਹੀ ਇਹੋ ਜਿਹੇ ਰਾਜੇ ਨੇ ਜਿਨ੍ਹਾਂ ਦੇ ਉੱਤੇ ਛਤਰ ਝੂਲਦੇ ਨੇ। ਸੋ ਸਗਲ ਸਮਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ। ਸਾਰਿਆਂ ਨੂੰ ਉਸਨੇ ਆਪਣੇ ਹੁਕਮ ਦੇ ਸੂਤਰ ਦੇ ਵਿੱਚ ਬੰਨਿਆ ਹੋਇਆ ਹੈ, ਸਾਰੇ ਉਹਦੇ ਹੁਕਮ ਦੇ ਧਾਗੇ ਦੇ ਵਿੱਚ ਬੱਝੇ ਹੋਏ ਨੇ। ਤੇ ਉਹਦੇ ਜਿਹੜਾ ਵੀ ਉਸਦੇ ਹੁਕਮ ਨੂੰ ਮੰਨ ਲੈਂਦਾ ਹੈ, ਜੋ ਵੀ ਉਸਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਹੀ ਉਸ ਨੂੰ ਫਿਰ ਭਾ ਜਾਂਦਾ ਹੈ, ਉਸ ਨੂੰ ਉਹ ਆਪਣੇ ਕੋਲ ਪ੍ਰਵਾਨ ਕਰ ਲੈਂਦਾ ਹੈ। ਅੱਗੇ ਆਖਦੇ ਕਈ ਕੋਟ ਰਾਜਸ ਤਾਮਸ ਸਾਤਕ, ਕਈ ਕਰੋੜਾਂ ਇਹੋ ਜਿਹੇ ਨੇ ਰਜੋ ਗੁਣੀ, ਤਮੋ ਗੁਣੀ ਤੇ ਸਤੋ ਗੁਣੀ। ਇਹਨਾਂ ਗੁਣਾਂ ਵਾਲੇ ਵੀ ਕਈ ਕਰੋੜਾਂ ਨੇ। ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਇੱਥੇ ਵੇਦ ਪੁਰਾਣ ਤੋਂ ਭਾਵ ਜਿਵੇਂ ਆਖਿਆ ਗਿਆ ਹੈ ਹਿੰਦੂਇਜ਼ਮ ਦੇ ਵਿੱਚ ਆਪਾਂ ਪੜ੍ਹਦੇ ਹਾਂ 4 ਵੇਦ ਆ, 6 ਸ਼ਾਸਤਰ ਆ, 18 ਪੁਰਾਣ ਆ, 27 ਸਿਮਰਤੀਆਂ ਹੈ ਤੇ ਇੱਕ ਉਹ ਗਾਇਤਰੀ ਮੰਤਰ ਜਿਹੜਾ ਗਿਣਦੇ ਨੇ। 52 ਉਪਨਿਸ਼ਦ ਨੇ ਇਹ ਗਿਣਦੇ ਨੇ, ਤਾਂ ਕਰਕੇ 108 ਗਿਣਤੀ ਹੁੰਦੀ ਹੈ। ਸੋ ਪਰ ਇੱਥੇ ਜਿਹੜਾ ਭਾਵ ਮਹਾਰਾਜ ਆਖਦੇ ਨੇ ਕਰੋੜਾਂ ਹੀ ਨੇ, ਕਰੋੜਾਂ ਵੇਦ ਪੁਰਾਣ ਸਿਮਰਤ ਸ਼ਾਸਤਰ, ਕਰੋੜਾਂ ਜਾਨੀ ਕਿ ਧਰਮ ਦੇ ਖੇਤਰ ਨੇ ਤੇ ਕਈ ਕਰੋੜਾਂ ਇਹਨਾਂ ਤੋਂ ਗਿਆਨ ਹਾਸਲ ਕਰਨ ਵਾਲੇ ਨੇ। ਕਈ ਕੋਟ ਕੀਏ ਰਤਨ ਸਮੁੰਦਰ, ਕਈ ਕੋਟ ਨਾਨਾ ਪ੍ਰਕਾਰ ਜੰਤ, ਤੇ ਕਰੋੜਾਂ ਹੀ ਰਤਨ ਹੀਰੇ ਲਾਲ ਜਵੇਹਰ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਤੋਂ ਪੈਦਾ ਕਰ ਦਿੱਤੇ ਨੇ। ਤੇ ਕਰੋੜਾਂ ਤਰ੍ਹਾਂ ਦੀ ਜਿਹੜੀ ਜੰਤ, ਕਈ ਤਰ੍ਹਾਂ ਦੇ ਨਾਨਾ ਪ੍ਰਕਾਰ ਜੰਤ, ਅਨੇਕਾਂ ਤਰ੍ਹਾਂ ਦੇ ਜੰਤ ਇਹੋ ਜਿਹੇ ਨੇ ਜਿਨ੍ਹਾਂ ਦਾ ਅਸੀਂ ਨਾਮ ਵੀ ਨਹੀਂ ਜਾਣਦੇ, ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਹੈ। ਕਈ ਕੋਟ ਕੀਏ ਚਿਰ ਜੀਵੇ, ਤੇ ਕਰੋੜਾਂ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਜਿਹੜੀ ਉਮਰ ਆ ਉਹ ਬਹੁਤ ਲੰਬੀ ਹੈ। ਲੰਬੀਆਂ ਉਮਰਾਂ ਵਾਲੇ ਵੀ ਕਰੋੜਾਂ ਹੀ ਨੇ, ਅਸੀਂ ਗਿਣਤੀ ਨਹੀਂ ਕਰ ਸਕਦੇ। ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਗਿਰੀ ਤੋਂ ਭਾਵ ਪਹਾੜ, ਮੇਰ ਆਖਿਆ ਜਾਂਦਾ ਹੈ ਸੁਮੇਰ ਪਰਬਤ ਨੂੰ, ਜਿਹੜਾ ਸਭ ਤੋਂ ਸ੍ਰੇਸ਼ਟ ਪਰਬਤ ਸੁਮੇਰ ਪਰਬਤ ਨੂੰ ਆਖਦੇ ਨੇ। ਉੱਚਾ ਜਿਹੜਾ ਹੋਵੇ ਤੇ ਜਿਹੜਾ ਸਵਰਨ, ਜਿੱਥੇ ਸੋਨੇ ਦੀਆਂ ਖਾਣਾਂ ਹੋਣ, ਇਸ ਕਰਕੇ ਮਹਾਰਾਜ ਆਖਦੇ ਕਰੋੜਾਂ ਹੀ ਇਸ ਤਰ੍ਹਾਂ ਦੇ ਪਹਾੜ, ਕਰੋੜਾਂ ਸੋਨੇ ਦੀਆਂ ਖਾਣਾਂ, ਇਹ ਵੀ ਇਹਨਾਂ ਦੀ ਗਿਣਤੀ ਵੀ ਕਈ ਕਰੋੜਾਂ ਹੈ। ਕਈ ਕੋਟ ਜਖ ਕਿੰਨਰ ਪਿਸਾਚ, ਜਖ ਦਾ ਮਤਲਬ ਹੁੰਦਾ ਧਨ ਦਾ ਦੇਵਤਾ, ਪਤਾ ਨਹੀਂ ਕਿੰਨੇ ਕੋ ਧਨ ਦੇ ਦੇਵਤੇ ਨੇ। ਕਿੰਨਰ ਦਾ ਮਤਲਬ ਜਿਹਦਾ ਮੂੰਹ ਆ ਉਹ ਤੇ ਇਨਸਾਨ ਦਾ ਹੋਵੇ, ਮਨੁੱਖ ਦਾ ਹੋਵੇ, ਤੇ ਸਰੀਰ ਜਿਹੜਾ ਹੈ ਉਹ ਘੋੜੇ ਦਾ ਹੋਵੇ। ਤੇ ਪਿਸਾਚ ਤੋਂ ਮਤਲਬ ਨੀਵੀਆਂ ਜਾਤਾਂ ਵਾਲੇ। ਇੱਥੇ ਇਹ ਗੱਲ ਯਾਦ ਰੱਖਣੀ ਆ, ਇਹ ਸਾਰਾ ਕੁਝ ਗੁਰਬਾਣੀ 'ਚ ਨਹੀਂ, ਇਹ ਜੋ ਕੁਛ ਆ ਇਹ ਬ੍ਰਾਹਮਣ ਦੀ ਜਿਹੜੀ ਵਰਨ ਵੰਡ ਆ, ਜਿਹੜੀ ਮਨੂ ਦੀ ਵਰਨ ਵੰਡ ਆ, ਉਹਦੇ ਮੁਤਾਬਕ ਆ। ਮਹਾਰਾਜ ਆਖਦੇ ਨੇ ਉਹਦੀ ਐਡੀ ਵੱਡੀ ਰਚਨਾ ਹੈ, ਕਰੋੜਾਂ ਹੀ ਧਨ ਦੇ ਦੇਵਤੇ, ਕਰੋੜਾਂ ਹੀ ਜਿਹੜੇ ਕਿੰਨਰ ਤੇ ਪਿਸਾਚ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਭੂਤ ਦਾ ਮਤਲਬ ਸ਼ਾਸਤਰਾਂ ਮੁਤਾਬਕ ਤੇ ਵੈਸੇ ਭੂਤ ਉਹਨੂੰ ਆਖਿਆ ਜਾਂਦਾ ਹੈ ਜਿਹਦੀ ਅੰਤ ਸਮੇਂ, ਮਰਨ ਸਮੇਂ ਜਿਹੜੀ ਸੁਰਤੀ ਆ ਉਹ ਪਿੱਛੇ ਰਹਿ ਜਾਵੇ, ਆਖਦੇ ਜੀ ਉਹ ਭੂਤ ਬਣਦਾ। ਪਰ ਗੁਰਬਾਣੀ ਦੇ ਵਿੱਚ ਭੂਤ ਜਿਹੜਾ ਉਹ ਸਰੀਰ ਨੂੰ ਵੀ ਆਖਿਆ ਗਿਆ। ਭੂਤ ਦਾ ਮਤਲਬ ਆ ਸਰੀਰ, ਤੇ ਹੋਰ ਜਿਹੜਾ ਭੂਤ ਦਾ ਮਤਲਬ ਆ ਉਹ ਸਮੇਂ ਵਾਸਤੇ ਵੀ ਵਰਤਿਆ ਗਿਆ। ਆਪਾਂ ਵਰਤਦੇ ਆ ਨਾ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ। ਭੂਤ ਕਾਲ ਤੋਂ ਮਤਲਬ ਪਾਸਟ, ਜਿਹੜਾ ਬੀਤ ਚੁੱਕਾ ਹੋਵੇ। ਪ੍ਰੇਤ ਤੋਂ ਮਤਲਬ ਜਿਹੜਾ ਗਿਆ ਗੁਜ਼ਰਿਆ ਹੋਵੇ। ਪ੍ਰੇਤ ਦਾ ਮਤਲਬ ਜਿਹੜਾ ਗਿਆ ਗੁਜ਼ਰਿਆ, ਜਿਹੜਾ ਕਿਸੇ ਦੇ ਕੰਮ ਨਾ ਆ ਸਕਦਾ ਹੋਵੇ, ਉਹਨੂੰ ਆਖਦੇ ਨੇ ਪ੍ਰੇਤ। ਸੂਕਰ ਸੂਰ, ਮ੍ਰਿਗਾਚ ਜਿਹੜਾ ਮਿਰਗਾਂ ਨੂੰ, ਹਿਰਨਾਂ ਨੂੰ ਖਾਣ ਵਾਲਾ, ਇਹ ਵੀ ਮਹਾਰਾਜ ਆਖਦੇ ਨੇ ਕਈ ਕਰੋੜਾਂ। ਭੂਤ ਸਰੀਰ ਕਈ ਕਰੋੜਾਂ ਨੇ, ਇਹ ਤੇ ਆਪਾਂ ਜਾਣਦੇ ਹੀ ਆ। ਉਹ ਵੱਖਰੀ ਗੱਲ ਆ ਵੀ ਕਈ ਜਣੇ ਇਹਨੂੰ ਦੂਜੇ ਭੂਤਾਂ ਨਾਲ ਤੁਲਨਾ ਦੇਈ ਜਾਂਦੇ,
ਪਰ ਗੁਰਬਾਣੀ ਦੇ ਮੁਤਾਬਕ ਕਈ ਕਰੋੜਾਂ ਭੂਤ, ਕਈ ਕਰੋੜਾਂ ਸਰੀਰ ਤੇ ਕਰੋੜਾਂ ਪ੍ਰੇਤ, ਜਿਹੜੇ ਗਏ ਗੁਜਰੇ ਬੰਦੇ, ਜਿਹੜੇ ਕਿਸੇ ਦੇ ਕੰਮ ਆਉਣ ਵਾਲੇ ਨਹੀਂ, ਇਹੋ ਜਿਹੇ ਵੀ ਕਰੋੜਾਂ ਹੀ, ਜਿਹੜੇ ਕਿਸੇ ਦਾ ਕੀਤਾ ਮਿੰਟ 'ਚ ਭੁੱਲ ਜਾਂਦੇ, ਕਰੋੜਾਂ ਨੇ ਇਹੋ ਜਿਹੇ। ਸੋ ਅੱਗੇ ਸੱਚੇ ਪਾਤਸ਼ਾਹ ਆਖਦੇ ਨੇ, ਇਹ ਸਾਰੀ ਰਚਨਾ ਰਚ ਕੇ ਪ੍ਰਭੂ ਆਪ ਵਿੱਚ ਬੈਠਾ ਹੈ। ਆਖਦੇ ਸਭ ਤੇ ਨੇਰਾ ਸਭੂ ਤੇ ਦੂਰ, ਨਾਨਕ ਆਪ ਅਲਿਪਤ ਰਿਹਾ ਭਰਪੂਰ। ਉਹ ਨੇੜੇ ਵੀ ਹੈ ਤੇ ਅਲਿਪਤ ਵੀ, ਵੱਖਰਾ ਵੀ ਹੈ, ਦੂਰ ਵੀ ਹੈ। ਜਿੰਨਾ ਦੂਰ ਓਨਾ ਹੀ ਨੇੜੇ, ਸਮਝ ਲਓ ਤੇ ਬਹੁਤ ਦੂਰ। ਜੇ ਇਹ ਸਮਝ ਲਓ ਮੇਰੇ ਕੋਲ ਆ, ਤੇ ਜਿੰਨਾ ਹੱਥ ਨੇੜੇ ਨੇ ਓਨਾ ਨੇੜੇ ਅਸੀਂ ਜਾਣ ਨਹੀਂ ਸਕਦੇ। ਉਹ ਸਾਰਿਆਂ ਦੇ, ਉਹ ਨਿਰਲੇਪ ਵੀ ਆ ਤੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਵੀ ਆ। ਜਿਵੇਂ ਮਣਕੇ ਚੱਲਦੇ ਆ, ਸੂਤ ਨਹੀਂ ਚੱਲਦਾ, ਪਰ ਵਿੱਚ ਹੁੰਦਿਆਂ ਹੋਇਆਂ ਬਿਰਾਜਮਾਨ ਆ ਤੇ ਕੰਟਰੋਲ ਕਰ ਰਿਹਾ ਹੈ ਮਣਕਿਆਂ ਨੂੰ। ਸੂਤ ਕੰਟਰੋਲ ਕਰ ਰਿਹਾ ਹੈ। ਉਹਨੇ ਆਪਣੀ ਜੋਤ ਜਿਹੜੀ ਆ ਉਹ ਸਭ ਦੇ ਵਿੱਚ ਟਿਕਾਈ ਹੋਈ ਆ, ਹਰ ਇੱਕ ਦੇ ਵਿੱਚ ਉਹਦੀ ਜੋਤ ਆ। ਸੋ ਉਸਦੇ ਹੁਕਮ ਨੂੰ ਪਛਾਣ ਕੇ ਆਪਣੇ ਕਰਮਾਂ ਨੂੰ ਸ਼ੁਭ ਬਣਾਉਣਾ ਹੈ। ਤੇ ਪ੍ਰਭੂ ਕਿਉਂਕਿ ਆਪਣੀ ਰਚਨਾ ਦੇ ਵਿੱਚੋਂ ਹੀ ਦਿਸਦਾ ਹੈ, ਇਸ ਕਰਕੇ ਉਹਦੀ ਰਚੀ ਹੋਈ ਹਰ ਰਚਨਾ ਦੇ ਨਾਲ ਜਿਹੜਾ ਹੈ ਉਹ ਪਿਆਰ ਕਰਨਾ ਚਾਹੀਦਾ ਹੈ। ਉਹਦੀ ਹਰ ਰਚੀ ਹੋਈ ਰਚਨਾ ਦੇ ਨਾਲ ਪ੍ਰੇਮ ਹੋਣਾ ਚਾਹੀਦਾ, ਕਿਉਂਕਿ ਉਹਦੀ ਰਚੀ ਹੋਈ ਰਚਨਾ ਦੇ ਵਿੱਚੋਂ ਅਸੀਂ ਉਹਦੇ ਦਰਸ਼ਨ ਕਰ ਸਕਦੇ, ਤਾਂ ਸਾਡੇ ਅੰਦਰੋਂ ਵਾਹਿਗੁਰੂ ਨਿਕਲ ਸਕਦਾ ਹੈ। ਜਦੋਂ ਅਸੀਂ ਉਹਦੀ ਰਚੀ ਹੋਈ ਕਿਸੇ ਵੀ ਰਚਨਾ ਦੇ ਦੀਦਾਰ ਕਰਦੇ ਹਾਂ। ਕਿੰਨਾ ਵੀ ਕੋਈ ਸਿਆਣਾ ਹੋਵੇ, ਕਿਤੇ ਪੱਤਿਆਂ ਨੂੰ ਹਰਾ ਰੰਗ ਦੇ ਸਕਦਾ ਹੈ ਜਿਹੜਾ ਉਸ ਅਕਾਲ ਪੁਰਖ ਨੇ ਦਿੱਤਾ ਹੈ। ਜਦੋਂ ਅਸੀਂ ਇਹ ਸਭ ਦੇਖਦੇ ਹਾਂ, ਛੋਟਾ ਜਿਹਾ ਬੀਜ ਹੈ ਤੇ ਬੀਜ ਏਡਾ ਕਿ ਛੋਟਾ ਜਿਹਾ ਹੁੰਦਾ ਹੈ, ਉਸ ਛੋਟੇ ਜਿਹੇ ਬੀਜ ਤੋਂ ਕਿੰਨਾ ਵੱਡਾ ਦਰਖਤ ਬਣ ਜਾਂਦਾ ਹੈ। ਇਹ ਸਭ ਕੁਝ ਦੇਖ ਕੇ ਵਾਹਿਗੁਰੂ ਇਹ ਅੰਦਰੋਂ ਨਿਕਲਦਾ ਹੈ। ਜਿੰਨਾ ਉਹਦੇ ਧਰਮ ਦੀ ਖਾਤਰ, ਜਿੰਨਾ ਧਰਮ ਨੂੰ ਸਮਝਿਆ, ਧਰਮ ਨੂੰ ਸਮਝ ਕੇ ਕੁਰਬਾਨੀਆਂ ਕੀਤੀਆਂ, ਜਿਹੜੇ ਚਰਖੜੀਆਂ ਤੇ ਚੜੇ, ਤੇ ਜਿਸ ਗੁਰੂ ਦੀ ਇਹ ਗੁਰਬਾਣੀ ਅਸੀਂ ਪੜ੍ਹ ਰਹੇ ਹਾਂ, ਜਿਸ ਗੁਰੂ ਦੀ ਇਹ ਰਚਨਾ ਰਚੀ ਹੋਈ ਪੜ੍ਹ ਰਹੇ ਹਾਂ, ਧੰਨ ਗੁਰੂ ਪੰਚਮ ਪਾਤਸ਼ਾਹ, ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤਤੀਆਂ ਤਵੀਆਂ ਤੇ ਬੈਠਣ ਵਾਲੇ, ਗਰਮ ਰੇਤਾ ਸਿਰ ਤੇ ਪਾਉਣ ਵਾਲੇ, ਕੋਈ ਹੋ ਸਕਦਾ ਐਡਾ ਪਰਉਪਕਾਰੀ? ਸੋ ਜਦੋਂ ਅਸੀਂ ਉਹਦੀ ਰਚਨਾ ਨੂੰ ਸੀਮਤ ਕਰ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਸਿਰਜਣਾ ਦੀ ਇੰਨੀ ਕੀ ਗਿਣਤੀ ਆ, ਜਦੋਂ ਉਹਦੀ ਰਚੀ ਹੋਈ ਸਿਰਜਣਾ ਦੀ ਗਿਣਤੀ ਦੇ ਵਿੱਚ ਪੈ ਜਾਂਦੇ ਹਾਂ, ਇਹਦਾ ਮਤਲਬ ਅਸੀਂ ਉਸ ਨੂੰ ਵੀ ਛੋਟਾ ਕਰ ਰਹੇ ਹਾਂ, ਉਸ ਨੂੰ ਵੀ ਸੀਮਤ ਕਰ ਰਹੇ ਹਾਂ। ਅਸੀਂ ਤਾਂ ਬਸ ਇੱਕੋ ਗੱਲ ਸਮਝ ਲਈਏ ਕਿ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੈ, ਤੇ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਆ। ਤੇ ਜਿਹੜੀਆਂ ਅੱਜ ਆਪਾਂ ਲਿਸਟ ਪੜ੍ਹੀ ਆ, ਸਿੱਧ ਜਤੀ ਜੋਗੀ ਵਾਲੀ, ਅਭਿਮਾਨੀ ਹੰਕਾਰੀਆਂ ਵਾਲੀ, ਪੁਜਾਰੀਆਂ ਵਾਲੀ, ਇਹਦੇ ਵਿੱਚੋਂ ਅਸੀਂ ਦੇਖਣਾ ਹੈ ਆਪਣੇ ਅੰਦਰ ਝਾਤੀ ਮਾਰ ਕੇ ਅਸੀਂ ਕਿਸ ਲਿਸਟ ਵਿੱਚ ਖੜੇ ਹਾਂ। ਕਿਉਂਕਿ ਗੁਰਬਾਣੀ ਜਦੋਂ ਪੜ੍ਹੀਏ, ਗੁਰਬਾਣੀ ਮੇਰੇ ਲਈ ਆ, ਨਾ ਕਿ ਕਿਸੇ ਦੂਸਰੇ ਲਈ। ਮੈਂ ਆਪਣੇ ਲਈ ਪਹਿਲੋਂ ਆਪਣਾ ਭਲਾ ਕਰਨਾ, ਪਹਿਲੋਂ ਆਪਣੇ ਆਪ ਦਾ ਸੁਧਾਰ ਕਰਨਾ। ਸੋ ਗੁਰਬਾਣੀ ਪੜ੍ਹ ਕੇ ਆਪਣੇ ਉਹਦੇ ਹੁਕਮ ਨੂੰ ਸਮਝ ਕੇ, ਹੁਕਮ ਦਾ ਮਤਲਬ ਆ ਨਿਜ਼ਮ, ਜਿਹੜੇ ਉਹਨੇ ਨਿਜ਼ਮ ਬਣਾਏ ਆ, ਉਹਨਾਂ ਨਿਜ਼ਮਾਂ ਦੇ ਅਨੁਸਾਰ ਗੁਣ ਧਾਰਨ ਕਰਕੇ ਆਪਣੇ ਕਰਮ ਜਿਹੜੇ ਨੇ ਉਹ ਸ਼ੁਭ ਕਰਮ ਬਣਾਈਏ। ਅੱਜ ਇਹਨਾਂ ਪਹਿਲੀਆਂ 4 ਪੌੜੀਆਂ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ। ਉਹਨਾਂ ਗਲਤੀਆਂ ਲਈ ਮੈਂ ਖਿਮਾ ਮੰਗਦੀ ਹੋਈ ਸਾਰੇ ਆਪਣੇ ਵੀਰਾਂ ਭੈਣਾਂ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ, ਤੇ ਆਉਣ ਵਾਲੇ ਐਪੀਸੋਡ ਦੇ ਵਿੱਚ ਅਗਲੀਆਂ 4 ਪੌੜੀਆਂ ਦੀ ਜਿਹੜੀ ਵਿਚਾਰ ਆ, ਆਪਾਂ ਫਿਰ ਇਸੇ ਤਰ੍ਹਾਂ ਰਲ ਮਿਲ ਕੇ ਸਾਂਝੀ ਕਰਾਂਗੇ। ਆਓ ਜੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ